वाहिगुरू जी का खालसा वाहिगुरू जी की फतेह। साहिब जीओ सतगुर आयो शरण तुहारी, मिले सुख नाम हर सुबा, चिंता लाहे हमारी। अवर न सूझे दूजी ठार, हार परयो तो द्वारी। लेखा छूट अलेखे छूट है, हम निर्गुण लिहो उबारी। सदबक छिंद सदा मेहरबाना, सबना दे आधारी। नानक दास संत पाछै पढ़ियो, राख लेहो एह बारी। नानक दास संत पाछै पढ़ियो, राख लेहो एहो बारी। गुरु प्यारी साध संगत जीओ, आओ सब माई भाई खंडा ब्रह्मंडा दे मालिक दयाल सतगुरु बख्शिंद सतगुरु धन गुरु ग्रंथ साहिब महाराज जी नूं सीस झुकाइए, हथ जोड़ के फतेह दा सिमरन करिए। वाहिगुरू जी का खालसा वाहिगुरू जी की फतेह। सतगुरु महाराज जी की अपार कृपा बख्शिश हुई है। कलयुग के भयानक समय के अंदर आपां सारियां नूं सिफ सलाह दियां सत संगत दियां सुभाग घड़ियां प्राप्त हो रही ने। 12 वजे तो लैके हुण तक आप जी सतगुर दी हजूरी विच सत संगत दे सरोवर विच तन मन करके चुभियां ला रहे हो। जो बाकी समा है उसनूं भी सफल करन वास्ते मन चित बिरतियां एकाग्र करके गुरशब्द नाल जुड़न दी खेचल करो। अपनी विचार लगातार चल रही है। जोग ना भगवी कपड़ी, जोग ना मैले वेश। नानक घर बैठिया जोग पाइए, सतगुर कै उपदेश।
ਕਿਸੇ ਖਾਸ ਭੇਖ ਧਾਰ ਕਰਨ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ। ਸਰੀਰ ਰੂਪੀ ਘਰ ਦੇ ਅੰਦਰ ਸੁਰਤ ਨੂੰ ਸ਼ਬਦ ਵਿੱਚ ਜਿਸ ਵੇਲੇ ਲੀਨ ਕਰਾਂਗੇ, ਫਿਰ ਨਿਜ ਘਰ ਵਿੱਚ ਵਾਸਾ ਹੋ ਜਾਏਗਾ। ਇਹਦੇ ਵਾਸਤੇ ਲੋੜ ਹੈ ਸਮਰੱਥ ਗੁਰੂ ਦੇ ਉਪਦੇਸ਼ ਦੀ, ਸਤਿਗੁਰ ਕੈ ਉਪਦੇਸ਼। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ, ਮੰਨਿਆ, ਨਿਧਿਆਸਨ ਕੀਤਾ, ਭਾਵ ਸੁਣ ਕੇ 100% ਵਿਸ਼ਵਾਸ ਲਿਆਂਦਾ, ਔਰ ਉਹਨਾਂ ਬਚਨਾਂ ਦੀ ਕਮਾਈ ਕੀਤੀ, ਉਹਨਾਂ ਨੂੰ ਹੀ ਪ੍ਰਾਪਤੀ ਹੋਈ ਹੈ, ਬਖਸ਼ਿਸ਼ ਹੋਈ ਹੈ। ਸੋ ਐਸੇ ਗੁਰੂ ਘਰ ਦੇ ਅਨੇਕ ਗੁਰਸਿੱਖ ਜਿਨ੍ਹਾਂ ਨੇ ਸਮਰੱਥ ਗੁਰੂ ਦਾ ਉਪਦੇਸ਼ ਸੁਣ ਕੇ ਮੰਨਿਆ ਤੇ ਬਚਨਾਂ ਦੀ ਕਮਾਈ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖੰਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਭਾਗ ਲਾ ਰਹੇ ਨੇ। ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ ਹਨ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਪ੍ਰੇਮੀ ਜਨੋ, ਇਹ ਮਨੁੱਖ ਜਨਮ ਅਮੋਲਕ ਹੈ, ਇਹ ਸੇਵਾ ਤੇ ਸਿਮਰਨ ਵਾਸਤੇ ਪ੍ਰਾਪਤ ਹੋਇਆ। ਇਹ ਪਰਮੇਸ਼ਰ ਨੂੰ, ਪ੍ਰਭੂ ਨੂੰ ਮਿਲਣ ਦੀ ਵਾਰੀ ਹੈ। ਇਸ ਕਰਕੇ ਹਰ ਪ੍ਰਾਣੀ ਨੂੰ ਉਸ ਕਰਤਾਰ ਦਾ, ਉਸ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਉਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਅੱਜ ਸਾਨੂੰ ਉਪਦੇਸ਼ ਦੇ ਰਹੇ ਨੇ। ਕਿਉਂਕਿ ਸਤਿਗੁਰੂ ਭਾਵ ਗੁਰੂ ਇੱਕ ਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ 10 ਸਰੂਪ ਧਾਰਨ ਕੀਤੇ ਤੇ ਉਹੀ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅੱਜ ਬਖਸ਼ਿਸ਼ਾਂ ਕਰ ਰਹੇ ਹਨ। ਸਤਿਗੁਰੂ ਫਰਮਾਨ ਕਰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਦੂਸਰੀ ਜਗ੍ਹਾ ਫਰਮਾਨ ਆਉਂਦਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇਹ ਵਾਰੀ ਹੈ। ਸੰਸਾਰੀ ਵਾਰੀਆਂ ਵਾਸਤੇ ਮਨੁੱਖ ਬੜੇ ਝਗੜੇ ਕਰਦਾ ਹੈ। ਮੇਰੀ ਵਾਰੀ, ਮੇਰੀ ਵਾਰੀ। ਪਰ ਜਿਹੜੀ ਅਸਲੀ ਵਾਰੀ ਹੈ, ਉਹਦੀ ਸੋਝੀ ਕਿਸੇ ਵਿਰਲੇ ਨੂੰ ਹੈ, ਕਿਸੇ ਵਿਰਲੇ ਨੂੰ, ਕਿ ਇਹ ਨਾਮ ਜਪਣ ਦੀ ਵਾਰੀ ਹੈ, ਸੇਵਾ ਸਿਮਰਨ ਦੀ ਵਾਰੀ ਹੈ। ਨਹੀਂ ਤਾਂ ਸੰਸਾਰਕ ਵਾਰੀਆਂ ਦੇ ਵਿੱਚ ਹੀ ਜ਼ਿੰਦਗੀ ਤਬਾਹ ਕਰ ਲੈਂਦਾ। ਇੱਕ ਉਹ ਹਨ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਬੇਪਰਵਾਹੀ ਵਿੱਚ ਖਤਮ ਹੋ ਜਾਂਦੀ ਹੈ।
ਧਨ ਉਹ ਹਨ ਜਿਨ੍ਹਾਂ ਨੂੰ ਇਸ ਵਾਰੀ ਦੀ ਸੋਝੀ ਆ ਗਈ। ਸਹਿਬ ਫਰਮਾਨ ਕਰਦੇ ਨੇ ਫਰੀਦਾ, ਮੌਤੈ ਦਾ ਬੰਨਾ ਏਵੈ ਦਿਸੈ, ਜਿਉ ਦਰਿਆ ਵੈ ਢਾਹਾ। ਅੱਗੇ ਦੋਜਕ ਤਪਿਆ ਸੁਣੀਐ, ਹੂਲ ਪਵੈ ਕਹਾਹਾ। ਇਕ ਨਾਨੋ ਸਭ ਸੋਝੀ ਆਈ, ਇਕ ਫਿਰਦੇ ਵੇ ਪ੍ਰਵਾਹਾ। ਧਨ ਉਹ ਜਿਨ੍ਹਾਂ ਨੂੰ ਸੋਝੀ ਆ ਗਈ ਹੈ ਕਿ ਇਹ ਮਨੁੱਖ ਜਨਮ ਅਮੋਲਕ ਹੈ ਤੇ ਪ੍ਰਭੂ ਪ੍ਰਾਪਤੀ ਵਾਸਤੇ ਪ੍ਰਾਪਤ ਹੋਇਆ। ਸੋਝੀ ਆ ਗਈ ਧਰੂ ਭਗਤ ਨੂੰ, ਸੋਝੀ ਆ ਗਈ ਪ੍ਰਹਲਾਦ ਭਗਤ ਨੂੰ। ਭਾਵੇਂ ਸੰਸਾਰ ਵਿੱਚ ਬੜੀਆਂ ਬੜੀਆਂ ਲੰਮੀਆਂ ਉਮਰਾਂ ਵਾਲੇ ਤਪਸਵੀ ਹੋਏ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਉਦਾਹਰਨ ਦਿੱਤੀ ਹੈ ਕਿਹਨਾਂ ਦੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਤੇ ਪ੍ਰਹਿਲਾਦ ਦੀ ਜਿਨ੍ਹਾਂ ਨੂੰ ਸੋਝੀ ਆ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਨਗਰ ਵਿੱਚ ਕੁਝ ਦਿਨ ਠਹਿਰੇ ਨੇ। ਇੱਕ ਛੋਟੀ ਉਮਰ ਦਾ ਬੱਚਾ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਂਦਾ, ਅੱਗੇ ਬੈਠਦਾ, ਬੜੇ ਧਿਆਨ ਨਾਲ ਬਚਨ ਸੁਣਦਾ, ਉਪਰੰਤ ਸਾਰੀ ਸੰਪੂਰਨਤਾ ਤੋਂ ਬਾਅਦ ਜਾਂਦਾ, ਕਿਉਂਕਿ ਲਾਭ ਪੂਰਾ ਪ੍ਰਾਪਤ ਕਰਨਾ ਚਾਹੀਦਾ। ਬਹੁਤ ਸਾਰੇ ਪ੍ਰੇਮੀ ਆਉਂਦੇ ਵੀ ਹਨ ਤੇ ਪੂਰਾ ਲਾਭ ਨਹੀਂ ਪ੍ਰਾਪਤ ਕਰ ਸਕਦੇ। ਜਿਸ ਵੇਲੇ ਘਰ ਤੋਂ ਚੱਲਣਾ ਉਸ ਵੇਲੇ ਹੀ ਨਾਮ ਜਪਦੇ ਬਾਣੀ ਪੜ੍ਹਦੇ ਹਾਂ। ਵੈਸੇ ਤਾਂ ਗੁਰਸਿੱਖ ਘਰ ਵਿੱਚ ਰਹਿੰਦਿਆਂ ਵੀ, ਕਾਰ ਵਿਹਾਰ ਕਰਦਿਆਂ ਵੀ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੇ ਜਿਸ ਵੇਲੇ ਗੁਰੂ ਦਰਬਾਰ ਨੂੰ ਚੱਲ ਕੇ ਆਉਂਦਾ ਹੈ ਤੇ ਫਿਰ ਸੰਸਾਰੀ ਖਿਆਲ ਨਹੀਂ ਹੋਣੇ ਚਾਹੀਦੇ। ਤੇ ਗੁਰੂ ਦਰਬਾਰ 'ਚ ਆ ਕੇ ਵੀ ਪੂਰਾ ਲਾਭ ਪ੍ਰਾਪਤ ਕਰੇ। ਜੇ ਬਾਹਰ ਬੈਠ ਕੇ ਹੀ ਗੱਲਾਂ ਕਰਦੇ ਰਹੇ, ਕਿੰਨਾ ਸਮਾਂ ਇਸ ਤਰ੍ਹਾਂ ਹੀ ਲੰਘ ਗਿਆ। ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਪਿਆਰੇ ਮਹਾਂਪੁਰਸ਼ ਜਿਸ ਵੇਲੇ ਯੂਪੀ ਦੇ ਵਿੱਚ ਆਪ ਜੀਆਂ ਨੇ ਦੀਵਾਨ ਸ਼ੁਰੂ ਕੀਤੇ, ਤੇ ਪਹਿਲਾਂ ਹੀ ਆ ਕੇ ਮਹਾਂਪੁਰਸ਼ ਤੇ ਸਤਿਕਾਰਯੋਗ ਬੀਜੀ ਬੈਠ ਜਾਂਦੇ। ਇੱਥੇ ਇਸ ਇਲਾਕੇ ਵਿੱਚ ਵੀ ਨਗਰ ਨਗਰ ਕੀਰਤਨ ਕੀਤਾ ਆਪ ਜੀਆਂ ਨੇ। ਬੜੇ ਸਮੇਂ ਨਾਲ ਦੀਵਾਨ ਵਿੱਚ ਪਹੁੰਚਦੇ। ਜੇ ਆਪ ਜੀ ਬਾਹਰ ਬੈਠਦੇ ਅੱਖਰ ਅੱਖਰ ਸੁਣਦੇ। ਸਮਾਗਮ ਦੇ ਵਿੱਚ ਵੀ ਟੈਲੀਵਿਜ਼ਨ ਆਪ ਜੀਆਂ ਦੇ ਕੋਲ ਲੱਗਾ ਹੁੰਦਾ, ਚਾਹੇ ਸੰਗਤਾਂ ਫਤਿਹ ਬੁਲਾ ਰਹੀਆਂ ਹਨ, ਉਸ ਦੇ ਨਾਲ ਨਾਲ ਸਟੇਜ ਤੋਂ ਜੋ ਕਥਾ ਵਿਚਾਰ ਹੋ ਰਹੀ ਹੈ, ਇੱਕ ਇੱਕ ਅੱਖਰ ਸੁਣਦੇ।
ਇੱਕ ਵਾਰ ਇੱਕ ਬੀਬੀ ਕਥਾ ਕਰ ਰਹੀ ਸੀ ਸਟੇਜ ਤੇ, ਬੀਬੀ ਪ੍ਰੀਤਮ ਜੋਤੀ ਜੀ। ਤਾਂ ਮਾਇਆ ਦੇ ਬਾਰੇ ਕੁਛ ਐਸਾ ਅੱਖਰ ਉਹਨਾਂ ਨੇ ਬੋਲਿਆ ਜਿਹੜਾ ਗੁਰਮਤਿ ਨਾਲ ਮੇਲ ਨਹੀਂ ਸੀ ਖਾਂਦਾ। ਉਸੇ ਵੇਲੇ ਭਾਈ ਜਸਵੰਤ ਸਿੰਘ ਜੀ ਨੂੰ ਫੋਨ ਕੀਤਾ ਕਿ ਤੁਸੀਂ ਸਟੇਜ ਤੇ ਆ ਸਪਸ਼ਟ ਕਰੋ ਕਿ ਇਹ ਜੋ ਮਾਇਆ ਹੈ ਹੁਕਮ ਵਿੱਚ ਹੋਈ ਹੈ। ਇਹ ਮਾਇਆ ਅਨਾਦਿ ਨਹੀਂ, ਇਹ ਹੁਕਮ ਵਿੱਚ ਹੋਈ ਹੈ। ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਤੂੰ ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਬੇਨਤੀ ਕਰ ਤੋਂ ਭਾਵ ਕਿ ਬਾਹਰ ਬੈਠੇ ਵੀ ਇੱਕ ਅੱਖਰ ਸੁਣਦੇ। ਸੋ ਇਸ ਕਰਕੇ ਇੱਕ ਬੱਚਾ ਵੀ ਕੀਰਤਨ ਕਰ ਰਿਹਾ ਹੋਵੇ, ਕਥਾ ਕਰ ਰਿਹਾ ਹੋਵੇ, ਅਸੀਂ ਤਾਂ ਸਤਿਗੁਰ ਦੀ ਬਾਣੀ ਸੁਣ ਰਹੇ ਹਾਂ। ਆਮ ਕਈ ਵਾਰ ਸਾਡੇ ਅੰਦਰ ਇਹ ਖਿਆਲ ਹੁੰਦਾ ਹੈ, ਜਦੋਂ ਸਾਡਾ ਜਥਾ ਲੱਗੇਗਾ ਜਾਂ ਸਾਡੇ ਬਾਬਾ ਜੀ ਲੱਗਣਗੇ ਫੇਰ ਅਸੀਂ ਜਾਵਾਂਗੇ। ਇਹ ਅਸੀਂ ਵੰਡੀਆਂ ਬੜੀਆਂ ਪਾ ਕੇ ਭੁੱਲੇ ਹੋਏ ਹਾਂ। ਬਾਣੀ ਸਤਿਗੁਰ ਦੀ ਹੈ ਤੇ ਇਹਦੇ ਵਾਸਤੇ ਅਸੀਂ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉਹ ਸੁਣਨ ਵਿੱਚ ਲਾਉਣਾ, ਸੁਣਨ ਚ ਲਾਉਣਾ। ਸੰਸਾਰ ਧੰਦਿਆਂ ਦਾ ਤਿਆਗ ਕਰਕੇ ਦੂਰ ਦੂਰ ਤੋਂ ਸਫ਼ਰ ਕਰਕੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ ਤੇ ਇੱਥੇ ਸਰੀਰ ਕਰਕੇ, ਤਨ ਕਰਕੇ ਵੀ ਹਾਜ਼ਰੀ ਤੇ ਮਨ ਕਰਕੇ ਵੀ ਹਾਜ਼ਰੀ ਹੋਵੇ। ਪੂਰਾ ਲਾਹਾ ਪ੍ਰਾਪਤ ਕਰੀਏ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਛੋਟੀ ਉਮਰ ਦਾ ਬੱਚਾ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਂਦਾ, ਅੱਗੇ ਬੈਠਦਾ, ਧਿਆਨ ਨਾਲ ਬਚਨ ਸੁਣਦਾ। ਕਿਉਂਕਿ ਅਸੀਂ ਸੰਗਤ ਵਿੱਚ ਬੈਠੇ ਵੀ ਗੈਰ ਹਾਜ਼ਰ ਹੋ ਜਾਂਦੇ ਹਾਂ। ਸਰੀਰ ਹਾਜ਼ਰ ਹੈ, ਮਨ ਗੈਰ ਹਾਜ਼ਰ ਹੈ। ਮਨ ਦੀ ਹਾਜ਼ਰੀ ਵੀ ਬੜੀ ਜ਼ਰੂਰੀ ਹੈ, ਨਹੀਂ ਤੇ ਪਤਾ ਹੀ ਨਹੀਂ ਕੀ ਸੁਣਿਆ ਕੀ ਨਹੀਂ ਸੁਣਿਆ। ਦਸਮ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਇੱਕ ਵਾਰ ਰਾਤ ਨੂੰ 4 ਗੁਰਸਿੱਖ ਪਹਿਰਾ ਦਿੰਦੇ ਆ ਤੇ ਨੇੜੇ ਕੋਈ ਰਾਸ ਆਦ ਪੈਣੀ ਸੀ, ਨੱਚਣਾ ਗਾਉਣਾ ਕੁਛ ਦੂਰ ਤੇ ਹੋਣਾ ਸੀ। ਤੇ ਦੋ ਨੇ ਖਿਆਲ ਕੀਤਾ ਵੀ ਜਿਸ ਵੇਲੇ ਸੱਚੇ ਪਾਤਸ਼ਾਹ ਵਿਸਰਾਮ ਕਰਨ ਲੱਗ ਪੈਣਗੇ ਤੇ ਆਪਾਂ ਜਾ ਕੇ ਉਹ ਦੇਖ ਲਾਂਗੇ। ਪਹਿਰਾ ਛੱਡ ਕੇ ਚਲੇ ਗਏ। ਚਲੇ ਤਾਂ ਗਏ, ਉੱਥੇ ਜਾ ਕੇ ਬੜੀ ਮਨ ਨੂੰ ਭੁੱਲ ਮਹਿਸੂਸ ਹੋ ਰਹੀ ਹੈ, ਐਡੀ ਵੱਡੀ ਭੁੱਲ। ਗੁਰੂ ਸਾਹਿਬ ਨੇ ਸਾਡੇ ਤੇ ਵਿਸ਼ਵਾਸ ਕੀਤਾ, ਸਾਨੂੰ ਪਹਿਰੇ ਦੀ ਡਿਊਟੀ ਦਿੱਤੀ, ਆਹ ਸੇਵਾ ਦਿੱਤੀ ਤੇ ਅਸੀਂ ਤਾਂ ਬਹੁਤ ਵੱਡੀ ਭੁੱਲ ਕੀਤੀ ਹੈ। ਸਰੀਰ ਉੱਥੇ ਹੈ ਲੇਕਿਨ ਮਨ ਗੁਰੂ ਚਰਨਾਂ ਨਾਲ ਜੁੜਿਆ ਹੋਇਆ। ਅੱਖਾਂ ਖੁੱਲੀਆਂ ਨੇ, ਕੰਨ ਖੁੱਲੇ ਨੇ, ਨਾ ਕੁਝ ਦੇਖ ਰਹੇ ਨਾ ਕੁਝ ਸੁਣ ਰਹੇ ਨੇ, ਕਿਉਂਕਿ ਅੰਦਰੋਂ ਤਾਂ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ। ਇੱਕ ਇੱਕ ਸਵਾਸ ਤੇ ਖਿਮਾ ਮੰਗਦੇ ਆ, ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਿਓ। ਜਿਹੜੇ ਦੂਜੇ ਪਹਿਰੇਦਾਰ ਸਨ ਦੋ,
ਉਹਨਾਂ ਦਾ ਧਿਆਨ ਦੂਸਰੇ ਪਾਸੇ ਹੈ ਵੀ ਪਤਾ ਨਹੀਂ ਉਹ ਕੀ ਦੇਖ ਰਹੇ ਹੋਣਗੇ, ਕੀ ਸੁਣ ਰਹੇ ਹੋਣਗੇ। ਸਰੀਰ ਹਾਜ਼ਰ, ਮਨ ਗੈਰ ਹਾਜ਼ਰ ਉਹਨਾਂ ਦਾ। ਜਦ ਸਵੇਰੇ ਗੁਰੂ ਕਾ ਦਰਬਾਰ ਸਜਿਆ ਤੇ ਜਿਹੜੇ ਰਾਤ ਪਹਿਰੇ ਤੇ ਰਹੇ ਸੀ, ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਅਸੀਂ ਪਹਿਰਾ ਦਿੰਦੇ ਰਹੇ ਹਾਂ ਤੇ ਆਹ 2 ਰਾਤ ਪਹਿਰਾ ਛੱਡ ਕੇ ਚਲੇ ਗਏ। ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦਸਮ ਪਾਤਸ਼ਾਹ ਜੀ ਨੇ ਬਚਨ ਕੀਤਾ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਸਭ ਹੈਰਾਨ। ਦਸਮ ਪਾਤਸ਼ਾਹ ਕਹਿੰਦੇ ਜਿਹੜੇ ਕਹਿੰਦੇ ਸੀ ਪਹਿਰਾ ਦਿੱਤਾ, ਇਹਨਾਂ ਦੀ ਤਾਂ ਸਾਡੇ ਕੋਲ ਗੈਰ ਹਾਜ਼ਰੀ ਲੱਗੀ ਹੈ। ਜਿਹੜੇ ਚਲੇ ਗਏ ਸੀ ਇਹਨਾਂ ਦੀ ਹਾਜ਼ਰੀ ਲੱਗੀ ਹੈ। ਜਿਨ੍ਹਾਂ ਪਹਿਰਾ ਦਿੱਤਾ ਸੀ ਉਹ ਕਹਿਣ ਲੱਗੇ ਮਾਰੇ ਫਿਰ ਸਾਡੇ ਨਾਲ ਉਹ ਚੰਗੇ, ਫਿਰ ਸਾਨੂੰ ਵੀ ਛੱਡ ਕੇ ਚਲੇ ਜਾਣਾ ਚਾਹੀਦਾ। ਪਰ ਕਹਿੰਦੇ ਨਹੀਂ, ਠੀਕ ਹੈ ਤੁਸੀਂ ਸਰੀਰ ਕਰਕੇ ਹਾਜ਼ਰ ਰਹੇ, ਪਰ ਤੁਸੀਂ ਮਨ ਕਰਕੇ ਗੈਰ ਹਾਜ਼ਰ ਹੈ। ਤੁਹਾਡਾ ਮਨ ਉਸ ਪਾਸੇ ਸੀ ਵੀ ਅਸੀਂ ਵੀ ਕੁਝ ਦੇਖ ਲੈਂਦੇ ਕੀ ਹੋ ਰਿਹਾ ਉੱਥੇ। ਇਹ ਜਿਹੜੇ ਚਲੇ ਗਏ ਇਹਨਾਂ ਨੂੰ ਪੁੱਛੋ, ਜਦ ਉਹਨਾਂ ਨੂੰ ਖੜੇ ਕੀਤਾ ਉਹ ਬਾਰ-ਬਾਰ ਨਮਸਕਾਰ ਕਰਦੇ, ਖਿਮਾ ਮੰਗਦੇ, ਸੱਚੇ ਪਾਤਸ਼ਾਹ ਅਸੀਂ ਭੁੱਲ ਗਏ। ਮਾਰੇ ਕਹਿੰਦੇ ਇਹਨਾਂ ਦੀਆਂ ਅੱਖਾਂ ਖੁੱਲੀਆਂ ਸਨ, ਕੰਨ ਖੁੱਲੇ ਸਨ, ਪਰ ਨਾ ਇਹਨਾਂ ਨੇ ਕੁਝ ਦੇਖਿਆ ਨਾ ਸੁਣਿਆ, ਕਿਉਂਕਿ ਮਨ ਇਹਨਾਂ ਦਾ ਗੁਰੂ ਚਰਨਾਂ ਨਾਲ ਜੁੜਿਆ ਸੀ, ਇਹਨਾਂ ਦੀ ਹਾਜ਼ਰੀ ਲੱਗੀ ਹੋਈ ਹੈ। ਬੇਨਤੀ ਕਰਨ ਤੋਂ ਭਾਵ ਕਿ ਹਾਜ਼ਰ ਹੋ ਕੇ ਵੀ ਕਿਤੇ ਸਾਡੀ ਗੈਰ ਹਾਜ਼ਰੀ ਨਾ ਲੱਗ ਜਾਵੇ। ਜਿੱਥੇ ਤਨ ਦੀ ਹਾਜ਼ਰੀ ਉੱਥੇ ਮਨ ਦੀ ਹਾਜ਼ਰੀ ਵੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਮਹਾਂਪੁਰਸ਼ ਕਿਆ ਕਰਦੇ, ਪ੍ਰੇਮੀਓ ਕਥਾ ਕੀਰਤਨ ਸੁਣਨ ਤੋਂ ਬਾਅਦ ਅੰਤਰੰਗ ਸਤਸੰਗ ਕਰਿਆ ਕਰੋ ਕਿ ਮੈਂ ਅੱਜ ਕੀ ਸੁਣਿਆ, ਵਿਚਾਰ ਕਰਿਆ ਕਰੋ। ਉਹ ਛੋਟਾ ਬੱਚਾ ਅੱਗੇ ਬੈਠਦਾ, ਧਿਆਨ ਨਾਲ ਬਚਨ ਸੁਣਦਾ, ਸਾਰੀ ਸੰਪੂਰਨਤਾ ਤੋਂ ਬਾਅਦ ਜਾਂਦਾ। ਉਸ ਬੱਚੇ ਦਾ ਨਾਮ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਨੇ ਭਾਈ ਤਾਰੂ ਪੋਪਟ ਲਿਖਿਆ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਬੱਚੇ ਨੂੰ ਕੋਲ ਬੁਲਾ ਕੇ ਕਹਿਣ ਲੱਗੇ, ਬੇਟਾ ਕਾਕਾ ਤੇਰੀ ਉਮਰ ਦੇ ਬੱਚੇ ਪੈਰ ਪੈਰ ਦਿਨ ਚੜੇ ਤੱਕ ਨਹੀਂ ਉੱਠਦੇ। ਅਸੀਂ ਦੇਖ ਰਹੇ ਹਾਂ ਤੂੰ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਣਾ, ਅੱਗੇ ਬੈਠਣਾ, ਧਿਆਨ ਨਾਲ ਬਚਨ ਸੁਣਨਾ, ਭੋਗ ਪੈਣ ਤੋਂ ਬਾਅਦ ਜਾਣਾ। ਤੈਨੂੰ ਇਹ ਲਗਨ ਕਿਵੇਂ ਲੱਗੀ ਹੈ? ਹੁਣ ਸਾਹਿਬ ਤਾਂ ਜਾਣਦੇ ਨੇ। ਮੇਰੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਪਰ ਸਾਡੇ ਭਲੇ ਵਾਸਤੇ। ਜੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਉਸ ਬੱਚੇ ਨੂੰ ਪੁੱਛਿਆ ਤੇ ਉਹ ਸਾਖੀਆਂ ਬਣੀਆਂ, ਅੱਜ ਸਾਨੂੰ ਸੇਧ ਮਿਲਦੀ ਹੈ। ਉਸ ਬੱਚੇ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਇੱਕ ਦਿਨ ਤੀਸਰੇ ਪਹਿਰ ਦੇ ਦੀਵਾਨ ਕਥਾ ਕੀਰਤਨ ਹੋ ਰਹੇ ਸਨ ਤੇ ਮੈਂ ਸੰਗਤ ਵਿੱਚ ਆ ਕੇ ਬੈਠਾ। ਆਪ ਜੀ ਨੇ ਬਚਨ ਕੀਤਾ ਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਤ ਨਾ ਜਾਣਾ। ਨਹਿ ਬਾਰਕ ਨਹਿ ਜੋਬਨੈ, ਨਹਿ ਬਿਰਦੀ ਕਛ ਬੰਦ। ਉਹ ਬੇਰਾ ਨਹਿ ਬੂਝੀਐ, ਜੋ ਆਏ ਪਰੈ ਜਮ ਫੰਦ। ਪਤਾ ਨਹੀਂ ਕਿਹੜੇ ਵੇਲੇ ਕਾਲ ਨੇ ਆਗ ਲੇਲਾ ਮਾਰਨਾ। ਮੈਂ ਸੱਚੇ ਪਾਤਸ਼ਾਹ ਘਰ ਗਿਆ ਤੇ ਮੇਰੀ ਮਾਤਾ ਨੇ ਕਿਹਾ, ਬੇਟਾ ਅੱਗ ਬਾਲ। ਮੈਂ ਮੋਟੀਆਂ ਮੋਟੀਆਂ ਲੱਕੜੀਆਂ ਚੁੱਲ੍ਹੇ ਵਿੱਚ ਰੱਖੀਆਂ, ਅੱਗ ਬਾਲਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬਲੀ। ਕਾਫੀ ਦੇਰ ਹੋ ਗਈ। ਮਾਂ ਕਹਿਣ ਲੱਗੀ, ਬੇਟਾ ਇਸ ਤਰ੍ਹਾਂ ਅੱਗ ਨਹੀਂ ਬਲਣੀ, ਛੋਟੀਆਂ ਲੱਕੜੀਆਂ ਥੱਲੇ ਰੱਖ, ਫਿਰ ਅੱਗ ਬਲੇਗੀ। ਸੱਚੇ ਪਾਤਸ਼ਾਹ ਜਿਸ ਵੇਲੇ ਮੈਂ ਛੋਟੀਆਂ ਲੱਕੜੀਆਂ ਥੱਲੇ ਰੱਖੀਆਂ, ਇੱਕਦਮ ਅੱਗ ਬਲ ਗਈ।
मैनू ख्याल आया भी सच्चे पातशाह कहते इस काल का कोई भरोसा नहीं, किहड़े वेले काल आ जावे, मौत आ जावे। जिवें मोटियां लकड़ियां नूं अग बाद च लगी, छोटियां नूं पहलां, मैं छोटा बच्चा हाँ, किते ऐसा ना होवे काल मैनू पहलां लै जावे ते मैं अमृत वेले आउना उस दिन। देखो भाव जवानी की ढीक नहीं कीती। कोई छोटी उम्र का बाल जा रहा है, किसी घर के अगे आवाज़ दी तो कोई बीबी रब के नाम वाली कोई वस्तु देन वास्ते इस बाल महात्मा दे कोल आई। छोटी उम्र देख के उस बीबी ने कहा, उम्र बड़ी छोटी विचार करती है, ते की क्या बाले अजों सवेर, ए बाल महात्मा भी अजे सवेर है, अजे दोपहर नहीं आई, शाम नहीं आई, भाव तेरा जे बचपन है तो हुणे तो इस पासे लग गया। ते उस बाल साधु ने जवाब दिता, माई मम डर काल का, ए माता मैनू काल दा डर है। तानो अज गुरु नानक साहिब कहन लगे, भाई तारू पोपट नूं बड़ी उम्र छोटी है, मेरे साहब कहंदे तू बच्चा नहीं, तू बजुर्ग है। कईयां नूं सारी जिंदगी लंघदियां भी लंघ जाती है, फिर भी सोझी नहीं आउंदी। बचपन लंघ जाता है, जवानी लंघ जाती है, बुढ़ेपे दा भी अखीर आ जाता है, ते फिर भी सोझी नहीं आउंदी। गुरु ग्रंथ साहिब महाराज एक जगह फरमान करते हैं, सिर कंप्यो पग डगमगे, नैन जोत ते हीन, कहो नानक ए बिद भई, तऊ न हर रस लीन। सिर कंबना शुरू हो जाता है, पैर थिड़कते है, डंगोरी दे सहारे सहजे सहजे तुरदा है, अखां दी जोत घट जाती है, ਕੰਨ ਸੁਣ ਤੋਂ ਜਵਾਬ ਦੇ ਦਿੰਦੇ ਹੈ, ਹੱਥ ਕਰਨ ਤੋਂ ਜਵਾਬ ਦੇ ਦਿੰਦੇ ਹੈ, ਰਸਨਾ ਜ਼ੁਬਾਨ ਬੋਲਣ ਤੋਂ ਜਵਾਬ ਦੇ ਦਿੰਦੀ ਹੈ, ਦੰਦ ਖਾਣ ਤੋਂ ਜਵਾਬ ਦੇ ਦਿੰਦੇ। ਆ ਹਾਲਤ ਅੱਖਾਂ ਚੋਂ ਪਾਣੀ ਚੱਲਦਾ ਹੈ। ਪਰ ਮੇਰੇ ਸਾਹਿਬ ਕਹਿੰਦੇ ਆ ਹਾਲਤ ਹੋਣ ਤੋਂ ਬਾਅਦ ਵੀ ਫੇਰ ਵੀ ਰੱਬ ਵਾਲੇ ਪਾਸੇ ਨਹੀਂ ਜੇ ਆਉਂਦਾ। ਕਹੋ ਨਾਨਕ ਇਹ ਬਿਧ ਪਈ, ਤਉ ਨਾ ਰਸ ਲੀਨ। इस करके वो धन हन जिन्होंने सोझी आ गई बचपन में, एक नानू सब सोझी आई, एक फिरदे बेपरवाह। मेरे गुरु नानक साहब कत्थू नगर दे बाहर बैठे थे। बाबा बुढ़ा साहब जी छोटी उम्र 12 साल दी है। मेरे गुरु नानक साहब सच्चे पातशाह वास्ते घर तो दुध लियाए ने, दुध छकाया ते बेनती की गुरु नानक साहब नूं भी मैनू रब दी गल सुनाओ। देखो रब दी गल सुनाओ। बाकी गल्लां सुनदा ते सानू बड़ा चाह रहिंदा है, बार बार सुनना चाहुंदे आ। गुरु दी गल, रब दी गल सुनदा चाह है अंदर कोई विरला। ते जिस दे अंदर ऐसी खिच है, चाओ है, प्यार है, ते मेरे सतगुरु दे वास्ते की फरमान करते ने, तैं साहब की बात जो आखै, कहो नानक क्या दीजै, शीस वड्डे कर बैसन दीजै, विन सिर सेव करीजै। जेड़ा गुरु दी रब दी गल सुनावे प्यारे, इन्नी निम्रता कि साढ़े अंदर ऐसी खिच है। आम तुसी देखो कदी किसी ने गल नहीं कही कि जद मैं टैलीविजन देखना, नचना गाना देखना ते मैनू नींद आ जाती है। जद भी कहणगे जद नाम जपन लगने नींद आ जाती है, बाणी पढ़न लगने नींद आ जाती है।
ਇਹਦਾ ਮਤਲਬ ਕੀ ਹੈ? ਦੂਸਰੇ ਪਾਸੇ ਨੀਂਦ ਕਿਉਂ ਨਹੀਂ ਆਉਂਦੀ? ਸਾਰੀ ਸਾਰੀ ਰਾਤ ਲੰਘ ਜਾਂਦੀ ਹੈ, ਦੇਖਦੇ ਹਾਂ ਸੁਣਦੇ ਹਾਂ, ਪਰ ਨੀਂਦ ਨਹੀਂ ਆ ਰਹੀ। ਤੇ ਇਧਰ ਨੀਂਦ ਇੱਕਦਮ ਕਿਉਂ? ਉਸ ਪਾਸੇ ਨੀਂਦ ਇਸ ਕਰਕੇ ਨਹੀਂ ਆ ਰਹੀ ਕਿ ਜੋ ਮਨ ਚਾਹੁੰਦਾ ਸੀ ਉਹ ਖੁਰਾਕ ਮਿਲ ਰਹੀ ਹੈ, ਕਿਉਂਕਿ ਮਨ ਦੀ ਖੁਰਾਕ ਹੀ ਹੋਰ ਹੈ। ਕੂੜਿਆਰੀ ਰੱਜੈ ਕੂੜ, ਜਿਉ ਵਿਸ਼ਟਾ ਕਾਗ ਖਾਵਈ। ਉਹਨੂੰ ਖੁਰਾਕ ਮਿਲ ਰਹੀ ਹੈ ਭਾਈ, ਆਪਣੀ ਆਪਣੀ ਖੁਰਾਕ ਹੈ ਨਾ। ਬਗਲੇ ਦੀ ਖੁਰਾਕ ਡੱਡੀਆਂ ਮੱਛੀਆਂ, ਕਾਂ ਦੀ ਖੁਰਾਕ ਵਿਸ਼ਟਾ ਆਦਿ, ਹੰਸ ਦੀ ਖੁਰਾਕ ਮਾਣਕ ਮੋਤੀ ਹੈ। ਤੇ ਜਿਹੜੇ ਹੰਸ ਬਿਰਤੀ ਵਾਲੇ ਨੇ ਪਿਆਰਿਓ, ਉਹ ਤਾਂ ਕਹਿੰਦੇ ਸੀ ਉਹਦੀ ਸਿਫਤ ਸਲਾਹ ਸੁਣ ਸੁਣ ਕੇ ਰੱਜਦੇ ਹੀ ਨਹੀਂ। ਪਾ ਸੁਣਾਈ ਜਾਓ, ਸੁਣਾਈ ਜਾਓ, ਕਿਉਂਕਿ ਉਹਨਾਂ ਦੀ ਖੁਰਾਕ ਹੈ ਸਿਫਤ ਸਲਾਹ, ਆਤਮ ਖੁਰਾਕ, ਨਾਮ ਸਿਫਤ ਸਲਾਹ। ਇਸ ਕਰਕੇ ਜਿਸ ਤਰ੍ਹਾਂ ਦੀ ਮਨ ਦੀ ਖੁਰਾਕ ਹੈ ਉਹਦੇ ਨਾਲ ਤਾਲਮੇਲ ਬੈਠਦਾ, ਇਸ ਦਾ ਤਾਲਮੇਲ ਬੈਠਦਾ। ਅਸੀਂ ਆਪਣੇ ਅੰਦਰ ਵਿਚਾਰ ਕਰਨੀ ਕਿ ਸਾਡੇ ਅੰਦਰ ਚਾਹ ਹੈ, ਉਹ ਖਿੱਚ ਹੈ। ਛੋਟੀ ਉਮਰ ਬਾਬਾ ਬੁੱਢਾ ਜੀ ਦੀ ਤੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰ ਰਹੇ, ਮੈਨੂੰ ਰੱਬ ਦੀ ਗੱਲ ਸੁਣਾਓ। ਸਾਧ-ਸੰਗ ਗੁਰਸਿੱਖਾਂ ਦੀ ਨਿਸ਼ਾਨੀ ਹੈ। ਗੁਰਸਿੱਖ ਜਿੱਥੇ ਬੈਠਣਗੇ ਰੱਬ ਦੀ, ਗੁਰੂ ਦੀ ਗੱਲ ਕਰਨਗੇ, ਸੁਣਨਗੇ ਗੁਰੂ ਦੀ ਗੱਲ। ਇਸ ਛੋਟੀ ਉਮਰ ਦੇ 12 ਸਾਲ ਦੇ ਬਾਲ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ। ਮੇਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਐਸੀ ਲਗਨ ਕਿੱਥੋਂ? ਉਮਰ 12 ਸਾਲ ਦੀ ਤੇ ਰੱਬ ਦੀ ਗੱਲ ਸੁਣਨ ਵਾਸਤੇ। ਮਨ ਕਾਲਾ ਹੈ ਕਿਉਂਕਿ ਅੰਦਰਲਾ ਬਰਤਨ ਸਾਫ਼ ਹੈ ਨਾ। ਤੇ ਬਾਬਾ ਬੁੱਢਾ ਜੀ ਨੇ ਕਿਹਾ, ਸੱਚੇ ਪਾਤਸ਼ਾਹ, ਇਸ ਇਲਾਕੇ ਦੇ ਹਾਕਮਾਂ ਨੇ ਸਾਡਾ ਨਗਰ ਉਜਾੜਿਆ ਤੇ ਮੈਂ ਆਪਣੀ ਅੱਖਾਂ ਨਾਲ ਉਹ ਨਗਰ ਉਜੜਦਾ ਦੇਖਿਆ। ਤੇ ਜਿਹੜੀਆਂ ਖੇਤਾਂ ਦੀਆਂ ਫਸਲਾਂ ਸਨ, ਹਾਕਮਾਂ ਦੇ ਘੋੜਿਆਂ ਨੇ ਉਹ ਵੀ ਤਬਾਹ ਕਰ ਦਿੱਤੀਆਂ। ਨਾ ਪੱਕੀ ਛੱਡੀ, ਨਾ ਹਰੀ ਛੱਡੀ। ਤੇ ਜਿਹੜੀਆਂ ਅਜੇ ਧਰਤੀ ਚੋਂ ਉਗ ਰਹੀਆਂ ਸਨ, 2-2 ਪੱਤੇ ਸਨ, ਉਹ ਵੀ ਘੋੜਿਆਂ ਦੇ ਪੈਰਾਂ ਨੇ ਤਬਾਹ ਕਰ ਦਿੱਤੀਆਂ। ਨਾ ਪੱਕੀ ਰਹੀ, ਨਾ ਹਰੀ ਰਹੀ, ਨਾ ਉਗਣ ਵਾਲੀ ਰਹੀ। ਇਹ ਕੀ ਬਣਿਆ? ਉੱਥੋਂ ਹੀ ਅੰਦਰ ਲਗਨ ਤੇ ਖਿੱਚ ਵਧੀ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਤੂੰ ਬੱਚਾ ਨਹੀਂ, ਤੂੰ ਤਾਂ ਬਜ਼ੁਰਗ ਹੈ, ਬਾਬਾ ਹੈ। ਕਿਉਂਕਿ ਇਹ ਬੱਚਿਆਂ ਵਾਲੇ ਵਿਚਾਰ ਨਹੀਂ, ਬਜ਼ੁਰਗਾਂ ਵਾਲੇ ਵਿਚਾਰ ਹੈ। ਤੇ ਭਾਈ ਬੂੜੇ ਤੋਂ ਨਾ ਹੀ ਬਾਬਾ ਬੁੱਢਾ ਸਾਹਿਬ ਪੈ ਗਿਆ। ਬਾਬਾ ਬੁੱਢਾ ਜੀ ਧੰਨ ਸਨ। 125 ਸਾਲ ਦੀ ਉਮਰ ਹੋਈ ਹੈ। 113 ਸਾਲ ਗੁਰੂ ਘਰ ਦੀ ਸੇਵਾ ਕਰਕੇ ਤੇ ਸੰਸਾਰ ਅੰਦਰ ਗੁਰੂ ਇਤਿਹਾਸ ਵਿੱਚ ਇੱਕ ਮਿਸਾਲ ਕਾਇਮ ਕੀਤੀ। ਇੰਨੀ ਨਿਮਰਤਾ ਬਾਬਾ ਬੁੱਢਾ ਸਾਹਿਬ ਜੀ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹਾ। ਤਾਨੋ ਜਿਨ੍ਹਾਂ ਨੂੰ ਸੋਝੀ ਆ ਗਈ,
कि ये मनुख जन्म सेवा सिमरन वास्ते मिलिया है, प्रभु प्राप्ति वास्ते मिलिया है। ते फिर वो गुरु दरबार में चल के आउंदे हैं। ते गुरु दरबार च जो बचन सतगुर दी बाणी दा उन्होंने हिरदे विच वसाउंदे ने। अज धन गुरु अंगद साहब महाराज जी के दरबार च संगत बैठी है। गुरु अंगद साहब महाराज प्यार नाल समझा रहे ने कि मनुख जन्म अमोलक है, ये सेवा सिमरन वास्ते प्रभु भगती वास्ते मिले है। ये वारी है परमेश्वर नूं मिलण दी। ते उन्हां प्रेमियां विच एक प्रेमी जिसदा नां इतिहास विच भाई धिंग जी करके आउंदा है। समा मिलिया ते हथ जोड़ के बेनती कीती, सच्चे पातशाह कि मैं भी नाम जप सकना। गुरु अंगद साहब महाराज कहते हर प्राणी जप सकता है, तू क्यों नहीं जप सकता। सच्चे पातशाह मेरा संबंध जिहड़ा है वो नाई बरादरी नाल है। ते मैं सुनिया कि नाम जपण वाला जिहड़ा है ना, इहदा अधिकारी विरला विरला है कोई जिहदी उच्ची जात होवे ते खास जात वाले नूं ही नाम जपण दा अधिकार है। चार वर्णां विच मनुख उस वेले वंडिया होया सी, ब्राह्मण क्षत्री वैश्य शूद्र। सच्चे पातशाह मैं तो सुनिया सानू नाम जपण दा ही अधिकार नहीं, ये तो उच्ची कुल वाले वो ही नाम जप सकते हैं। देखिया जावे उस वेले दे हालात किस तरह दे सन, ऊच नीच का कितना सवाल सी। भगत नामदेव जी नूं धक्के मारे गए। जिस वे आप इधरों हजूर साहब नूं जाने तो 70 किलोमीटर पहला खब्बे पासे वो देवरा है जिहदे च भगत नामदेव जी जाके बैठे सी। भगत नामदेव जी नूं धक्के इस करके मारे गए कि ये शीपा साडे विच आके क्यों बह गया। ये पंडिया मोको ढेड कहत है। आ राजस्थान विच जे कोई किसी नौकर नूं जां गरीब नूं दा दूसरी जात वाले नूं ढेड कह दिंदा है, केस दर्ज हो जाता है कि मैनूं नीच आख्या। वो जेड़े उच्ची जाति का हंकार करन वाले सन, उन्होंने कहा दी हिम्मत किवें पै गई साडे च बैठन दी। धक्के मारे। विचार करिए, असी कहांगे बहुत उन्होंने माड़ा किया। भगत नामदेव नूं क्यों धक्के मारे? सारियां दा जवाब यही होएगा, पर असी भी धक्के मार रहे हैं जिस दे कारण अड अड जातां दे नावां ते गुरुद्वारा साहिब बन रहे हैं। ये कारण यही है, जातां तो बाद गोतां तक। आम तुसी देखो पिंड च 4 गुरुद्वारा साहिब होण 5 होण, ਜਿਹੜੀ जिलन विचों सच्चे पातशाह ने सानू कढ़िया सी, मुड़ मुड़ के उसे जिलन विच फसे हुए हैं। गुरुद्वारा साहिब बनने चाहिए है। गुरुद्वारा साहिब बनने का भाव की है? संगत ते पंगत, दो चीज़ें। एक पंगत विच बैठ के छकना ते एक संगत विच जुड़ना,
ਸੰਗਤ ਨੇ ਸ਼ਬਦ ਨਾਲ ਜੁੜਨਾ। ਸੰਗਤ ਤੇ ਪੰਗਤ ਵਾਸਤੇ ਗੁਰਦੁਆਰਾ ਸਾਹਿਬ ਬਣ ਲਿਆ। ਪਰ ਆਮ ਤੁਸੀਂ ਦੇਖਦੇ ਹੋ, ਪੜ੍ਹਦੇ ਹੋ, ਸੁਣਦੇ ਹੋ, ਆਹ ਗੁਰਦੁਆਰਾ ਆਹ ਜੱਟਾਂ ਦਾ ਗੁਰਦੁਆਰਾ ਹੈ, ਆਹ ਸੈਣੀਆਂ ਦਾ ਗੁਰਦੁਆਰਾ ਹੈ, ਆਹ ਰਵਿਦਾਸੀਆਂ ਦਾ ਗੁਰਦੁਆਰਾ ਹੈ, ਆਹ ਰਾਮਗੜੀਆਂ ਦਾ ਗੁਰਦੁਆਰਾ ਹੈ। ਦੂਜਾ ਕਿਹੜਾ ਜਾਏਗਾ? ਜਦੋਂ ਨਾਂ ਰੱਖ ਦਿੱਤਾ ਵੀ ਜੱਟਾਂ ਦਾ ਗੁਰਦੁਆਰਾ, ਦੂਜਿਆਂ ਵਾਸਤੇ ਔਖਾ ਹੈ। ਰਾਮਗੜੀਆਂ ਦਾ ਗੁਰਦੁਆਰਾ ਹੁਣ ਦੂਜਿਆਂ ਵਾਸਤੇ ਔਖਾ ਹੈ। ਰਵਿਦਾਸੀਆਂ ਦਾ ਗੁਰਦੁਆਰਾ ਹੁਣ ਦੂਜਿਆਂ ਵਾਸਤੇ ਔਖਾ ਹੋ ਗਿਆ। ਕੰਧਾਂ ਕਰ ਦਿੱਤੀਆਂ ਆਪਾਂ। 10, 8, 9 ਸਾਲ ਦਾ ਬਚਨ ਹੈ, ਅਫਰੀਕਾ ਗਿਆ। ਮੈਂ ਪੁੱਛਿਆ ਵੀ ਕਿਸ ਗੁਰਦੁਆਰਾ ਸਾਹਿਬ ਦੀ ਕਥਾ ਕੀਰਤਨ ਹੈ, ਦੀਵਾਨ ਹੈ? ਕਹਿਣ ਲੱਗੇ ਰਾਮਗੜੀਆਂ ਦੇ ਗੁਰਦੁਆਰੇ ਆਪਾਂ ਜਾਣਾ। ਮੈਂ ਕਿਹਾ ਅੱਛਾ, ਫੇਰ ਤਾਂ ਹੁਣ ਜੱਟਾਂ ਦਾ ਵੀ ਬਣੇਗਾ। ਉਹ ਸਿੰਘ ਕਹਿਣ ਲੱਗਾ ਮੈਨੂੰ ਕਹਿੰਦੇ ਤੂੰ ਆਪਣਾ ਨਾਂ ਰਾਮਗੜੀਆ ਲਿਖਾ ਲੈ, ਤੈਨੂੰ ਮੈਂਬਰ ਬਣਾ ਲੈਂਦੇ ਆ। ਸਾਲ ਕੁ ਲੰਘਿਆ, ਮਿਲਣ ਆਏ ਸਿੰਘ, ਪੁੱਛਿਆ ਮੈਂ, ਕਹਿੰਦੇ ਜੀ ਹੁਣ ਜੱਟਾਂ ਦਾ ਵੀ ਗੁਰਦੁਆਰਾ ਬਣ ਗਿਆ। ਤੇ ਜੇ ਗੁਰਦੁਆਰਾ ਸਾਹਿਬ ਵੀ ਹੁੰਦਾ ਤੇ ਸਾਰੇ ਇਕੱਠੇ ਬੈਠਦੇ। ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਹੈ ਉਹ ਨਾ ਜੱਟ ਹੈ, ਨਾ ਸੈਣੀ ਹੈ, ਨਾ ਰਵਿਦਾਸੀਆ ਹੈ, ਨਾ ਰਾਮਗੜੀਆ। ਸਭ ਇਹ ਗੱਲਾਂ ਪਿੱਛੇ ਰਹਿ ਜਾਂਦੀਆਂ। ਜਾਤ ਗੋਤ ਖਤਮ ਹੈ ਇੱਥੇ। ਪਰ ਨਹੀਂ, ਅਸੀਂ ਕਿਸੇ ਨੂੰ ਕੀ ਜੋੜਨਾ ਜਦ ਸਾਡੀ ਆਪਣੀ ਫੋਟੀ ਹੈ। ਅਸੀਂ ਆਪ ਹੀ ਨਹੀਂ ਜੁੜੇ। ਆਹ ਸਾਡਾ ਹਾਲ ਹੈ। ਪਤ ਨਾਮਦੇਵ ਜੀ ਨੂੰ ਤਾਂ ਇੱਕ ਵਾਰ ਧੱਕੇ ਵੱਜੇ, ਅੱਜ ਕਿੰਨਿਆਂ ਨੂੰ ਧੱਕੇ ਵੱਜ ਰਹੇ ਨੇ। ਉਸ ਵੇਲੇ ਇਹ ਹਾਲ ਸੀ ਤੇ ਅੱਜ ਕੀ ਹਾਲ ਬਣਿਆ ਹੋਇਆ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਭਾਈ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਸੰਬੰਧ ਨਾਈ ਬਰਾਦਰੀ ਨਾਲ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਸਿੰਘ ਪਰਮੇਸ਼ਰ ਦੇ ਘਰ ਵਿੱਚ ਤਾਂ ਸਭ ਇੱਕ ਨੇ। ਇਹ ਵੰਡਾਂ ਮਨੁੱਖ ਨੇ ਪਾਈਆਂ ਹੋਈਆਂ ਨੇ, ਗੁਰੂ ਪਰਮੇਸ਼ਰ ਨੇ ਨਹੀਂ ਪਾਈਆਂ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇੱਕ ਪਿਤਾ ਵਾਹਿਗੁਰੂ, ਅਸੀਂ ਸਾਰੇ ਉਹਦੇ ਬੱਚੇ ਹਾਂ। ਅਸੀਂ ਸਾਰੇ ਉਹਦੇ ਬੱਚੇ ਹਾਂ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਸਿੰਘ ਜੇ ਸੈਣ ਭਗਤ ਜੀ ਨਾਮ ਜਪ ਕੇ ਤਰ ਸਕਦੇ ਐ, ਤੂੰ ਨਹੀਂ ਨਾਮ ਜਪ ਕੇ ਤਰ ਸਕਦਾ। ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਹੁੰਦਾ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰੋ ਹੋਇਓ ਲਖੀਣਾ। ਭਗਤ ਨਾਮਦੇਵ ਜੀ ਹਰ ਸਿਮਰਨ ਨੀਚ ਚਹੂੰ ਕੁੰਟ ਜਾਤੇ, ਬੁਨਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਗੁਲਾਜ ਲਹਾਰੋ ਪਇਓ ਗੁਨੀ ਗਹੀਰਾ। ਭਗਤ ਕਬੀਰ ਜੀ ਦੀ ਦੇਖ ਲਓ ਫਿਰ ਜਾ, ਕੱਪੜਾ ਬੁਣਦੇ ਸੀ ਤੇ ਅੱਗੇ ਸਹਿ ਫਰਮਾਨ ਕਰਦੇ ਰਵਿਦਾਸ ਢਵੰਤਾਰ ਢੋਰ ਨੀਤ, ਤਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਜੋੜੇ ਗੰਢਦੇ ਸੀ, ਚਮੜੇ ਦਾ ਕੰਮ ਕਰਦੇ ਸੀ, ਆਪ ਤਰੇ ਤਾਰ ਨਹਾਰੇ ਬਣ ਗਏ।
ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਸੈਣ ਭਗਤ ਜੀ ਨਾਮ ਜਪ ਕੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ। ਆਪ ਤਰੇ ਤਾਰ ਨਹਾਰੇ ਬਣ ਗਏ। ਇਹ ਬਿਦ ਸੁਣ ਕੇ ਜੱਟ ਰੋ। ਜਿਸ ਵੇਲੇ ਭਗਤ ਧੰਨਾ ਜੀ ਨੇ ਸਤਸੰਗ ਸਰਵਣ ਕੀਤਾ, ਨਾਮ ਦੀ ਮਹਿਮਾ ਸੁਣੀ, ਭਗਤ ਧੰਨਾ ਜੀ ਨੇ ਸਤ ਸੰਗਤ ਵਿੱਚੋਂ, ਤੇ ਫਿਰ ਦੇਖੋ ਇਹ ਬਿਦ ਸੁਣ ਕੇ ਜੱਟ ਰੋ। ਉਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਹ ਭਗਤ ਨਾਮ ਦੇ, ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਨ ਜੀ, ਇਹ ਭਗਤ ਸਾਰੇ ਪਿਆਰੋ ਕਿੰਨਾ ਕਿੰਨਾ ਜਾਤਾਂ ਵਿੱਚ ਆਏ ਨੇ। ਨਾਮ ਦੀ ਮਹਿਮਾ ਵੱਡੀਆਂ ਵੱਡੀਆਂ ਜਾਤਾਂ ਵਾਲੇ ਇਹਨਾਂ ਦੇ ਚਰਨਾਂ ਤੇ ਡਿੱਗੇ। ਇਹਨਾਂ ਦੇ ਸੇਵਕ ਵੱਡੇ ਵੱਡੇ ਰਾਜੇ, ਇਹਨਾਂ ਦੇ ਸੇਵਕ ਵੱਡੇ ਵੱਡੇ ਧਨਾੜ, ਉੱਚੀਆਂ ਜਾਤਾਂ ਵਾਲੇ ਹੋਏ ਨੇ। ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹੜੇ ਵੱਡੇ ਵੱਡੇ ਜਾਤ ਭਮਾਨੀ ਸੀ ਨਾ, ਉਹਨਾਂ ਨੂੰ ਇਹਨਾਂ ਦੇ ਚਰਨਾਂ ਤੇ ਡੇਗ ਦਿੱਤਾ। ਤੁਸੀਂ ਵੱਡੇ ਨਹੀਂ, ਵੱਡੇ ਨਾਮ ਜਪਣ ਵਾਲੇ ਨੇ। ਨਾਮ ਦੀ ਮਹਿਮਾ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ। ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ। ਮਿਤ ਨਾ ਇਰਤਨ ਰੂਪਹੀਨ ਕਿਛ ਸਾਕ ਨਾ ਸਿਨਾ। ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਪੰਡਤ ਸੂਰ ਛਤਰਪਤ ਰਾਜਾ। ਪੰਡਤ ਕਹਿੰਦੇ ਵਿਦਵਾਨ ਨੂੰ, ਵਿਦਵਾਨ ਨੂੰ ਬੜਾ ਵੱਡਾ ਮੰਨਿਆ ਗਿਆ। ਸੂਰਮੇ ਨੂੰ ਬੜਾ ਵੱਡਾ ਮੰਨਿਆ ਜਾਂਦਾ। ਛਤਰਪਤੀ ਰਾਜਾ, ਰਾਜਿਆਂ ਦਾ ਸਰਦਾਰ। ਪਰ ਮੇਰੇ ਸਤਿਗੁਰੂ ਕਹਿੰਦੇ ਪੰਡਤ ਸੂਰ ਛਤਰਪਤ ਰਾਜਾ। ਭਗਤ ਬਰਾਬਰ ਔਰ ਨਾ ਕੋਏ। 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 ਬਰ ਔਰ ਨਾ ਕੋਏ। ਭਗਤ ਬਰਾਬਰ ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਪੰਡਤ ਸੂਰ ਛਤਰਪਤ ਰਾਜਾ। ਪੰਡਤ ਸੂਰ ਛਤਰਪਤ ਰਾਜਾ। ਸੂਰ ਛਤਰਪਤ ਰਾਜਾ। ਪੰਡਤ ਸੂਰ ਛਤਰਪਤ ਰਾਜਾ। ਪੰਡਤ ਸੂਰ ਛਤਰਪਤ ਰਾਜਾ। ਪੰਡਤ ਸੂਰ ਛਤਰਪਤ ਰਾਜਾ। ਛਤਰਪਤ ਰਾਜਾ। ਪੰਡਤ ਸੂਰ ਛਤਰਪਤ ਰਾਜਾ। ਭਗਤ ਬਰਾਬਰ ਔਰ ਨਾ ਕੋਏ। 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 ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਬਰਾਬਰ ਔਰ ਨਾ ਕੋਏ। ਭਗਤ ਬਰਾਬਰ ਔਰ ਨਾ ਕੋਏ। ਪੰਡਤ ਸੂਰ ਛਤਰਪਤ ਰਾਜਾ। ਭਗਤ ਬਰਾਬਰ ਔਰ ਨਾ ਕੋਏ। ਸਿਕੰਦਰ ਬਾਦਸ਼ਾਹ ਦੀ ਜਿਸ ਵੇਲੇ ਰਾਜੇ ਪੋਰਸ ਨਾਲ ਸੁਲ੍ਹਾ ਹੋਈ ਹੈ ਨਾ, ਤੇ ਕਹਿਣ ਲੱਗਾ ਰਾਜਾ ਪੋਰਸ, ਕਿਸੇ ਰੱਬ ਦੇ ਪਿਆਰੇ ਦੇ ਮੈਨੂੰ ਦਰਸ਼ਨ ਕਰਾ।
ਤੇ ਉਸ ਸਿਕੰਦਰ ਨੂੰ ਨਾਲ ਲੈ ਕੇ ਜੰਗਲ ਵਿੱਚ ਚਲਾ ਗਿਆ। ਸਿਕੰਦਰ ਜਾ ਰਿਹਾ, ਦੇਖ ਰਿਹਾ ਆਮ ਜਿਹਾ ਰਸਤਾ ਹੈ, ਝਾੜੀਆਂ ਹਨ। ਮੈਂ ਤੇ ਸਿਕੰਦਰ ਬਾਦਸ਼ਾਹ ਜਿਸ ਰਸਤੇ ਲੰਘਣਾ ਹੋਵੇ ਬੜੀਆਂ ਤਿਆਰੀਆਂ ਹੋ ਜਾਂਦੀਆਂ। ਆ ਝਾੜੀਆਂ ਵਾਲਾ ਰਸਤਾ ਹੈ ਤੇ ਅੱਗੇ ਇੱਕ ਰੱਬ ਦਾ ਪਿਆਰਾ ਬੈਠਾ ਸੀ। ਠੰਡ ਦਾ ਮੌਸਮ ਸੀ, ਧੁੱਪੇ ਸੀਆ ਸੇਕ ਰਿਹਾ ਸੀ, ਆਪਣੇ ਆਨੰਦ ਵਿੱਚ ਹੈ। ਜਿਸ ਵੇਲੇ ਸਿਕੰਦਰ ਗਿਆ ਤੇ ਉਹ ਬੈਠਾ ਆਰਾਮ ਨਾਲ। ਇਹਦੇ ਮਨ 'ਚ ਇੰਨਾ ਰੋਸ ਵੀ ਇਹ ਉੱਠਿਆ ਹੀ ਨਹੀਂ। ਤੇ ਸਿਕੰਦਰ ਨੇ ਤਲਵਾਰ ਕੱਢ ਲਈ। ਉਹ ਮਹਾਤਮਾ ਮੁਸਕਰਾਏ, ਕਹਿਣ ਲੱਗੇ ਸਿਕੰਦਰ ਤੇਰੀ ਤਲਵਾਰ ਨੂੰ ਅਜੇ ਹੋਰ ਖੂਨ ਦੀ ਲੋੜ ਹੈ। ਇੰਨੇ ਲੱਖਾਂ ਮਾਰੇ, ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਬੱਚਿਆਂ ਦੇ ਪਿਤਾ ਖਤਮ ਕੀਤੇ, ਅਜੇ ਤੇਰੀ ਤਲਵਾਰ ਰੱਜੀ ਨਹੀਂ। ਸਿਕੰਦਰ ਕਹਿਣ ਲੱਗਾ ਤੁਸੀਂ ਉੱਠ ਕੇ ਖੜੇ ਹੋ ਕੇ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ? ਕਿਉਂਕਿ ਆਪਣੇ ਆਪ ਨੂੰ ਵੱਡਾ ਸਮਝ ਬੈਠਾ ਸੀ ਨਾ। ਜਦੋਂ ਕੋਈ ਆਪਣੇ ਨੂੰ ਵੱਡਾ ਸਮਝ ਲਏ ਨਾ, ਸਮਝੋ ਵੀ ਬੇੜਾ ਡੁੱਬਿਆ। ਦਾਸ ਕਈ ਵਾਰ ਬੇਨਤੀ ਕਰਦਾ ਹੈ, ਆਪਾਂ ਕਿਤੇ ਤੁਰੇ ਜਾ ਰਹੇ ਹਾਂ, ਦੂਸਰੇ ਨੇ ਸਾਨੂੰ ਫਤਿਹ ਨਹੀਂ ਬੁਲਾਈ, ਹੋ ਸਕਦਾ ਉਹਨੇ ਸਾਨੂੰ ਨਾ ਦੇਖਿਆ ਹੋਵੇ, ਅਸੀਂ ਕਹਾਂਗੇ ਬੜਾ ਹੰਕਾਰੀ ਹੈ, ਉਹਨੇ ਤੇ ਫਤਿਹ ਵੀ ਨਹੀਂ ਬੁਲਾਈ। ਉਹ ਹੰਕਾਰੀ ਹੈ ਜਾਂ ਨਹੀਂ ਹੰਕਾਰੀ, ਅਸੀਂ ਜ਼ਰੂਰ ਹੰਕਾਰੀ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੀ ਕੋਈ ਫਤਿਹ ਬੁਲਾਵੇ। ਅਸੀਂ ਵੱਡੇ ਬਣ ਬੈਠੇ ਹਾਂ, ਅਸੀਂ ਆਪਣੇ ਵੱਡੇ ਸਮਝ ਲਿਆ। ਉਹ ਹੈ ਜਾਂ ਨਹੀਂ ਇੱਕ ਪਾਸੇ ਦੀ ਗੱਲ ਹੈ। ਅਸੀਂ ਜ਼ਰੂਰ ਹੰਕਾਰੀ ਹਾਂ। ਜਦੋਂ ਬੰਦੇ ਦੇ ਅੰਦਰ ਐਸਾ ਹੋਵੇ ਤੇ ਫਿਰ ਇਹ ਅੰਨਾ ਹੁੰਦਾ ਹੈ। ਸਿਕੰਦਰ ਕਹਿਣ ਲੱਗਾ ਤੁਸੀਂ ਉੱਠ ਕੇ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ? ਤੇ ਮਹਾਤਮਾ ਕਹਿਣ ਲੱਗੇ ਤੂੰ ਬਾਦਸ਼ਾਹ ਹੈ ਤੇ ਫਿਰ ਤੂੰ ਜਵਾਬ ਆਪ ਸਹੀ ਤੇ ਫੈਸਲਾ ਕਰੀ। ਇਹ ਦੱਸ ਕਿ ਜੇਕਰ ਤੂੰ ਬੈਠਾ ਹੋਵੇਂ, ਤੇਰਾ ਗੁਲਾਮ ਆਵੇ ਤੂੰ ਉੱਠੇਗਾ? ਕਹਿਣ ਲੱਗਾ ਜੀ ਬਿਲਕੁਲ ਨਹੀਂ। ਤੇ ਕਹਿਣ ਲੱਗੇ ਜੇ ਤੇਰੇ ਗੁਲਾਮ ਦਾ ਗੁਲਾਮ ਆਵੇ ਫਿਰ? ਕਹਿਣ ਲੱਗਾ ਜੀ ਫਿਰ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਕਿ ਜੇ ਮੇਰੇ ਗੁਲਾਮ ਦਾ ਗੁਲਾਮ ਆਵੇ ਤੇ ਮੈਂ ਉੱਠਾਂ। ਮਹਾਤਮਾ ਕਹਿਣ ਲੱਗੇ ਸਿਕੰਦਰ ਤੂੰ ਸਾਡੇ ਗੁਲਾਮ ਦਾ ਗੁਲਾਮ ਹੈ, ਅਸੀਂ ਕਿਵੇਂ ਉੱਠਦੇ? ਹੈਰਾਨ ਹੋ ਗਿਆ, ਤੁਹਾਡੇ ਗੁਲਾਮ ਦਾ ਗੁਲਾਮ? ਦੁਨੀਆ ਮੇਰੇ ਗੁਲਾਮ ਹੈ, ਮੈਂ ਤੁਹਾਡੇ ਗੁਲਾਮ ਦਾ ਕਿਵੇਂ ਗੁਲਾਮ ਹੋ ਗਿਆ? ਕਹਿਣ ਲੱਗੇ ਦੇਖ ਜਿਹੜੇ ਤੂੰ ਆ ਪਾਪ ਕਰਮ ਕੀਤੇ ਐ, ਤੂੰ ਮਨ ਦਾ ਗੁਲਾਮ ਹੈ ਤੇ ਮਨ ਦੇ ਗੁਲਾਮ ਹੋ ਕੇ ਕਰਮ ਕੀਤੇ ਨੇ। ਤੂੰ ਮਨ ਦਾ ਗੁਲਾਮ ਹੈ, ਮਨ ਸਾਡਾ ਗੁਲਾਮ ਹੈ। ਅਰਦਾਸ ਵਿੱਚ ਬਚਨ ਹੁੰਦਾ ਗੁਰਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਰੱਬ ਦੇ ਪਿਆਰਿਆਂ ਦਾ ਮਨ ਨੀਵਾਂ ਹੁੰਦਾ, ਮੱਤ ਉੱਚੀ ਹੁੰਦੀ ਹੈ। ਉੱਤੇ ਗੁਰਮਤਿ ਦਾ ਕੁੰਡਾ ਲੱਗਾ ਹੋਇਆ, ਗੁਰੂ ਦੀ ਕਿਰਪਾ ਨਾਲ ਮਨ ਨੂੰ ਵਸ ਕੀਤਾ ਹੋਇਆ। ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਾਡਾ ਗੁਲਾਮ ਮਨ ਹੈ ਤੇ ਤੂੰ ਮਨ ਦਾ ਗੁਲਾਮ ਹੈ, ਤੂੰ ਗੁਲਾਮ ਦਾ ਗੁਲਾਮ ਹੈ। ਸ਼ਰਮਸ਼ਾਰ ਹੋ ਗਿਆ ਸਿਕੰਦਰ। ਵੱਡਾ ਕੌਣ ਹੈ? ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਰੱਬ ਦਾ ਪਿਆਰਾ ਵੱਡਾ ਹੈ। ਪਿਆਰਿਓ, ਅਦਮ ਦਾ ਬਾਦਸ਼ਾਹ, ਬਲਖ ਬਖਾਰੇ ਦਾ ਬਾਦਸ਼ਾਹ ਰਾਜ ਛੱਡ ਕੇ ਫਕੀਰ ਬਣ ਗਿਆ। ਗੁਰਮਤਿ ਦੇ ਅੰਦਰ ਛੱਡਣ ਦਾ ਤਰੀਕਾ ਹੋਰ ਹੈ। मन करके दासी धारण करनी, जैसे जल में कम नराल मुरगाए मुरगाई ने साने, सुत सुत भव सागर तरिए नानक नाम खाना। पहले समय में ऐसा होया कर। इनू विराग कित्थों लगा सी?
ਇਹ ਜਿਸ ਫੁੱਲਾਂ ਦੀ ਛੇਜ ਤੇ ਸੌਂਦਾ ਸੀ, ਸਵਾ ਮਨ ਫੁੱਲ ਇਹਦੀ ਛੇਜ ਤੇ ਪਲੰਘ ਤੇ ਵਿਛਦੇ ਸੀ। ਤੇ ਜਿਹੜੀ ਦਾਸੀ ਗੋਲੀ ਵਿਛਾਉਂਦੀ ਸੀ ਨਾ, ਉਹਦੇ ਮਨ ਵਿੱਚ ਇੱਕ ਫੁਰਨਾ ਆਉਂਦਾ ਸੀ ਵੀ ਰਾਜਨ ਨੂੰ ਕਿੰਨਾ ਕੁ ਸੁੱਖ ਇਹਦੇ ਤੇ ਮਿਲਦਾ ਹੋਵੇਗਾ। ਤੇ ਇੱਕ ਦਿਨ ਇਹਨੇ ਕਿਹਾ ਮੈਂ ਜਰਾ ਕੁ ਪੈ ਕੇ ਦੇਖ ਲਵਾਂ। ਜੋ ਬੰਦੇ ਦੇ ਅੰਦਰ ਬਾਰ-ਬਾਰ ਫੁਰਨੇ ਹੋਣ, ਉਹ ਇੱਕ ਦਿਨ ਕਰਮ ਕਰ ਲੈਂਦਾ, ਚੰਗਾ ਜਾਂ ਮਾੜਾ, ਧਿਆਨ ਦੇਣਾ। ਉਹ ਕਰਮ ਕਰੇਗਾ, ਮਾੜੇ ਖਿਆਲ ਦੇ ਇੱਕ ਦਿਨ ਖੂਜ ਡਿੱਗੇਗਾ, ਚੰਗੇ ਨੇ ਤੇ ਚੰਗੇ ਪਾਸੇ ਆ ਜਾਏਗਾ। ਇੱਕਦਮ ਇਸ ਨੂੰ ਨੀਂਦ ਪੈ ਗਈ। ਰਾਜਾ ਆ ਗਿਆ, ਦੇਖ ਕੇ ਇੰਨਾ ਕ੍ਰੋਧ ਆਇਆ, ਇੰਨਾ ਗੁੱਸਾ ਆਇਆ, ਇਹਦੀ ਹਿੰਮਤ ਕਿਵੇਂ ਪੈ ਗਈ। ਡੰਡਾ ਲਿਆ, ਥਾੜ ਥਾੜ ਮਾਰਨਾ ਸ਼ੁਰੂ ਕਰ ਦਿੱਤਾ। ਇਹ ਦਾਸੀ, ਇਹ ਗੋਲੀ ਬਹੁਤ ਰੋਈ, ਬਹੁਤ ਰੋਈ। ਤੇ ਰੋਂਦੇ ਰੋਂਦਿਆਂ ਅਚਾਨਕ ਹੱਸਣ ਲੱਗ ਪਈ। ਇਹ ਰਾਜਾ ਜਿਹੜਾ ਡੰਡਿਆਂ ਨਾਲ ਕੁੱਟ ਰਿਹਾ ਸੀ, ਮਾਰ ਰਿਹਾ ਸੀ, ਇੱਕਦਮ ਰੁਕ ਗਿਆ। ਇਹ ਗੋਲੀ ਦਾਸੀ, ਤੂੰ ਰੋਈ ਹੈ, ਇਹਦਾ ਤੇ ਮੈਨੂੰ ਪਤਾ ਹੈ, ਮੈਂ ਡੰਡੇ ਮਾਰ ਰਿਹਾ, ਤੂੰ ਬੜੀ ਭੁੱਲ ਕੀਤੀ ਹੈ, ਪਰ ਤੂੰ ਅਚਾਨਕ ਕਿਉਂ ਹੱਸਣ ਲੱਗ ਪਈ ਹੈ? ਸੱਚ ਦੱਸ। ਉਹ ਦਾਸੀ ਕਹਿਣ ਲੱਗੀ, ਰਾਜਨ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ। ਮੈਂ ਨੌਕਰਾਣੀ ਹੈ ਤੇ ਮੈਨੂੰ ਇਹ ਭੁੱਲ ਨਹੀਂ ਸੀ ਕਰਨੀ ਚਾਹੀਦੀ ਕਿ ਮੈਂ ਇਸ ਪਲੰਘ ਤੇ ਫੁੱਲਾਂ ਦੀ ਛੇਜ ਤੇ ਸੌਂਦੀ, ਪਰ ਬਾਰ-ਬਾਰ ਖਿਆਲ ਆਉਂਦਾ ਸੀ ਤੇ ਅੱਜ ਮੈਂ ਪੈ ਗਈ ਤੇ ਮੈਨੂੰ ਐਸੀ ਨੀਂਦ ਆ ਗਈ। ਬਹੁਤ ਵੱਡੀ ਮੈਂ ਭੁੱਲ ਕੀਤੀ ਹੈ। ਤੁਸੀਂ ਮੈਨੂੰ ਡੰਡੇ ਮਾਰਨੇ ਸ਼ੁਰੂ ਕੀਤੇ, ਮੈਨੂੰ ਪੀੜਾ ਹੋ ਰਹੀ ਸੀ, ਮੈਂ ਰੋ ਰਹੀ ਸੀ। ਤੇ ਇੱਕ ਮੈਨੂੰ ਇਹ ਵੀ ਖਿਆਲ ਆਉਂਦਾ ਸੀ, ਜੇ ਮੈਂ ਬਾਦਸ਼ਾਹ ਦੀ ਧੀ ਹੁੰਦੀ ਤੇ ਮੈਨੂੰ ਬਾਦਸ਼ਾਹ ਪਿਆਰ ਦਿੰਦਾ, ਮੈਨੂੰ ਡੰਡੇ ਨਾ ਪੈਂਦੇ। ਪਰ ਮੈਂ ਨੌਕਰਾਣੀ ਹਾਂ ਨਾ, ਤਾਂ ਹੀ ਡੰਡੇ ਪੈ ਰਹੇ ਨੇ। ਜੇ ਮੈਂ ਰਾਜਕੁਮਾਰੀ ਹੁੰਦੀ, ਧੀ ਹੁੰਦੀ, ਮੈਨੂੰ ਪਿਤਾ ਰਾਜਨ ਪਿਆਰ ਦਿੰਦਾ, ਪਰ ਨੌਕਰਾਣੀ ਆ, ਡੰਡੇ ਪੈ ਰਹੇ ਨੇ। ਇਹ ਖਿਆਲ ਆਉਂਦਿਆਂ ਆਉਂਦਿਆਂ ਰਾਜਨ, ਇੱਕ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਥੋੜੀ ਜਿਹੀ ਦੇਰ ਇਹਨਾਂ ਫੁੱਲਾਂ ਦੀ ਛੇਜ ਤੇ ਪਈ ਆ ਤੇ ਇੰਨੀ ਮਾਰ ਪਈ ਹੈ, ਜਿਹੜੇ ਰੋਜ਼ ਪੈਂਦੇ ਉਹਨਾਂ ਨੂੰ ਕਿੰਨੀ ਕੁ ਮਾਰ ਪਏਗੀ ਜਮਾਂ ਦੀ, ਉਹਨਾਂ ਨੂੰ ਕਿੰਨੀ ਕੁ ਮਾਰ ਪਏਗੀ। ਇਹ ਵਿਰਾਗੀ ਹੋ ਗਿਆ ਤੇ ਇਹਨੇ ਰਾਜ ਛੱਡ ਦਿੱਤਾ, ਹਿੰਦੁਸਤਾਨ ਵਿੱਚ ਆ ਗਿਆ, ਭਗਤ ਕਬੀਰ ਜੀ ਦਾ ਸੇਵਕ ਬਣ ਗਿਆ। 6 ਸਾਲ ਲੰਘ ਗਏ ਤੇ ਮਾਤਾ ਲੋਈ ਜੀ ਕਹਿੰਦੇ ਭਗਤ ਕਬੀਰ ਜੀ ਨੂੰ, ਭਗਤ ਜੀ ਤੇ ਕਿਰਪਾ ਕਰ ਦਿਓ। ਭਗਤ ਜੀ ਕਹਿੰਦੇ ਜੇ ਬਰਤਨ ਸਵੱਛ ਪਾਪ ਸ਼ੁੱਧ ਨਹੀਂ ਹੋਇਆ, ਅਜੇ ਵਸਤੂ ਕਿਵੇਂ ਪਏਗੀ? ਨਹੀਂ ਜੀ, ਬਹੁਤ ਸੇਵਾ ਕਰਦੇ। ਭਗਤ ਕਬੀਰ ਜੀ ਕਹਿੰਦੇ ਲੋਈ ਜੀ ਬਰਖ ਕਰ ਲਓ। ਜਦੋਂ ਇਸ਼ਨਾਨ ਕਰਕੇ ਗੰਗਾ ਤੋਂ ਆਏਗਾ ਨਾ ਰਾਜਾ, ਤੇ ਆ ਘਰ ਦੇ ਵਿੱਚ ਜੋ ਹੈ ਤੁਸੀਂ ਇਕੱਠਾ ਕਰਕੇ ਸਵਾ ਆਦ ਹੋਰ ਇਹਦੇ ਸਿਰ 'ਚ ਪਾ ਦਿਓ। ਜਦ ਇਹ ਰਾਜਾ ਗੰਗਾ ਤੋਂ ਇਸ਼ਨਾਨ ਕਰਕੇ ਆਇਆ ਤੇ ਮਾਤਾ ਲੋਈ ਜੀ ਕੋਠੇ ਤੇ ਚੜੇ ਸਨ, ਟੋਕਰਾ ਮੂਧਾ ਕਰ ਦਿੱਤਾ, ਸਵਾਹ ਰਾਖ ਮਿੱਟੀ ਸਿਰ 'ਚ ਪੈ ਗਈ। ਉੱਤੇ ਨੂੰ ਦੇਖਿਆ ਮਾਤਾ ਲੋਈ ਜੀ ਨੇ, ਕਹਿੰਦੇ ਅੱਛਾ, ਕਿਤੇ ਬਲਖ ਬੁਖਾਰੇ ਹੁੰਦਾ ਫੇਰ ਪਤਾ ਲੱਗਦਾ ਕੌਣ ਪਾ ਸਕਦਾ। ਮਾਤਾ ਲੋਈ ਜੀ ਨੇ ਭਗਤ ਜੀ ਦੱਸਿਆ, ਭਗਤ ਜੀ ਆ ਗਿਆ, ਕਹਿੰਦੇ ਲੋਈ ਜੀ ਇਹਦੇ ਅੰਦਰੋਂ ਜੇ ਬਲਖ ਬੁਖਾਰਾ ਨਹੀਂ ਨਿਕਲਿਆ, ਮੈਂ ਰਾਜਾ ਹਾਂ, ਮੈਂ ਬਾਦਸ਼ਾਹ ਹਾਂ, ਅਜੇ ਸਾਫ਼ ਨਹੀਂ ਹੋਇਆ। ਫਿਰ 6 ਸਾਲ ਲੰਘੇ ਤੇ ਉਹੀ ਕੁਝ ਮਾਤਾ ਲੋਈ ਜੀ ਨੇ ਕੀਤਾ ਤੇ ਬਸ ਵਿਸਵਾ ਦੇ, ਧੰਨ ਮਾਤਾ ਜੀ, ਬੜੀ ਕਿਰਪਾ ਹੋਈ ਹੈ। ਭਾਵ
ਹੁਣ ਜਿਹੜਾ ਰਾਜ ਮੱਧ ਦਾ ਹੰਕਾਰ ਸੀ ਉਹ ਸਾਰਾ ਖਤਮ ਹੋ ਗਿਆ। ਤੇ ਜਦ ਇਹ ਆਪਣੇ ਦੇਸ਼ ਗਿਆ ਨਾ ਤੇ ਦਰਿਆ ਦੇ ਕੰਢੇ ਤੇ ਬੈਠਾ ਤੇ ਇਹਦੇ ਪੁੱਤਰ ਨੂੰ ਰਾਜਕੁਮਾਰ ਨੂੰ ਪਤਾ ਲੱਗਾ। ਇਹ ਆ ਗਿਆ, ਪਿਤਾ ਜੀ ਤੁਸੀਂ ਤਾਂ ਬਾਦਸ਼ਾਹ ਸੀਗੇ, ਸਭ ਕੁਝ ਛੱਡ ਕੇ ਚਲੇ ਗਏ, ਆਓ ਤੁਸੀਂ ਮਹਿਲਾਂ ਵਿੱਚ ਆਓ, ਰਾਜ ਵਿੱਚ ਆਓ। ਉਹ ਕਹਿਣ ਲੱਗੇ ਬੇਟਾ ਮੈਂ ਨਹੀਂ ਜਾਣਾ, ਮੈਨੂੰ ਕੋਈ ਲੋੜ ਨਹੀਂ। ਕਹਿੰਦੇ ਨਹੀਂ, ਤੁਸੀਂ ਜੋ ਕਹੋਗੇ ਤੁਹਾਨੂੰ ਮਿਲ ਜਾਏਗਾ ਤੇ ਤੁਸੀਂ ਰਾਜ ਵਿੱਚ ਦਖਲ ਨਾ ਦੇਣਾ, ਰਾਜ ਅਸੀਂ ਕਰ ਰਹੇ ਹਾਂ, ਪਰ ਆ ਦੇਖੋ ਤੁਹਾਡਾ ਕੀ ਹਾਲ ਹੈ, ਸਾਦੇ ਜੇ ਬਸਤਰ ਹੈ, ਗੋਦੜੀ ਸਿਉਂ ਰਹੇ ਹੋ, ਲੋਕਾਂ ਦੇ ਮਿਹਣੇ ਸਾਨੂੰ। ਤੇ ਉਹ ਹੁਣ ਭਗਤ ਬਣ ਚੁੱਕਾ ਹੈ ਬਾਦਸ਼ਾਹ। ਕਹਿਣ ਲੱਗਾ ਅੱਛਾ ਤੂੰ ਕੀ ਸਮਝਣਾ? ਰਾਜਕੁਮਾਰ ਕਹਿੰਦਾ ਜੀ ਸਾਡੇ ਕੋਲ ਇੰਨੀਆਂ ਫੌਜਾਂ, ਇੰਨੀ ਤਾਕਤ, ਤੇ ਤੁਹਾਡੀ ਹਾਲਤ ਕੀ ਹੈ? ਕਹਿਣ ਲੱਗੇ ਅੱਛਾ ਜੇ ਤੇਰੇ ਕੋਲ ਬਾਦਸ਼ਾਹੀ ਤਾਕਤ ਹੈ ਨਾ, ਸੂਈ ਦਰਿਆ ਵਿੱਚ ਸੁੱਟੀ, ਲੈ ਬਾਹਰ ਕੱਢ ਦੇ। ਬੜੇ ਬੰਦੇ ਲਿਆਂਦੇ, ਗੋਤੇ ਖੋਲ, ਸੂਈ ਨਹੀਂ ਮਿਲ ਰਹੀ। ਪਿਤਾ ਜੀ ਸੂਈਆਂ ਹਜ਼ਾਰਾਂ ਲੱਖਾਂ ਕਹੋਗੇ, ਰਾਜ ਵਿੱਚ ਵਾਧੂ ਨੇ। ਕਹਿੰਦੇ ਨਹੀਂ ਬੇਟਾ ਤੇਰੀ ਤਾਕਤ ਦੇਖਣੀ ਹੈ। ਹਾਰ ਗਿਆ। ਉਸ ਵੇਲੇ ਕਹਿ ਲਗੇ ਹੁਣ ਤੈਨੂੰ ਦਿਖਾਈਏ। ਕੀ ਦੇਖਿਆ? ਇੱਕ ਮੱਛੀ ਮੂੰਹ 'ਚ ਸੂਈ ਪਾ ਕੇ ਆ ਰਹੀ ਹੈ, ਉਹਨੇ ਕੰਢੇ ਤੇ ਰੱਖ ਦਿੱਤੀ। ਦਰਖਤ ਤੇ ਇੱਕ ਪੰਛੀ ਚਿੜੀ ਬੈਠੀ ਹੈ, ਉਹ ਉੱਡੀ, ਉਹਨੇ ਚੁੰਝ ਵਿੱਚ ਸੂਈ ਪਾ ਕੇ ਤੇ ਮਹਾਤਮਾ ਦੇ ਅੱਗੇ ਰੱਖ ਦਿੱਤੀ। ਕਹਿੰਦੇ ਦੇਖ ਤੇਰਾ ਹੁਕਮ ਕਿੱਥੇ ਚੱਲਦਾ ਤੇ ਸਾਡਾ ਹੁਕਮ ਕਿੱਥੋਂ ਤੱਕ ਚੱਲਦਾ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, 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 ਬਰਾਬਰ ਔਰ ਨਾ ਕੋਏ, ਭਗਤ ਬਰਾਬਰ ਔਰ ਨਾ ਕੋਏ, ਬਰਾਬਰ ਔਰ ਨਾ ਕੋਏ, ਭਗਤ ਬਰਾਬਰ ਔਰ ਨਾ ਕੋਏ, ਭਗਤ ਬਰਾਬਰ ਔਰ ਨਾ ਕੋਏ, ਭਗਤ ਬਰਾਬਰ ਔਰ ਨਾ ਕੋਏ, ਬਰਾਬਰ ਔਰ ਨ ਕੋਏ, ਭਗਤ ਬਰਾਬਰ ਔਰ ਨ ਕੋਏ, ਬਰਾਬਰ ਔਰ ਨ ਕੋਏ, ਭਗਤ ਬਰਾਬਰ ਔਰ ਨ ਕੋਏ, ਬਰਾਬਰ ਔਰ ਨ ਕੋਏ, ਭਗਤ ਬਰਾਬਰ ਔਰ ਨ ਕੋਏ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨ ਕੋਏ। ਵਾਹਿਦੇ ਪਿਆਰੇ ਭਗਤ ਵੱਡੇ, ਜਿਸ ਨੀਚ ਕੋ ਕੋਇ ਨਾ ਜਾਣੈ, ਨਾਮ ਜਪਤ ਚਹੁ ਕੁੰਟ ਮਾਨੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਸਿੰਘ ਸੈਨ ਜੀ ਨਾਮ ਜਪ ਕੇ ਪ੍ਰਭੂ ਪ੍ਰਾਪਤੀ ਕਰ ਸਕਦੇ ਆ, ਤੂੰ ਕਿਉਂ ਨਹੀਂ ਜਪ ਸਕਦਾ? ਭਾਈ ਸਿੰਘ ਇਹ ਜਾਤ ਪਾਤ ਦਾ ਸਵਾਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਹੀਂ, ਰੱਬ ਦੇ ਘਰ ਵਿੱਚ ਨਹੀਂ, ਇਹ ਵੰਡੀਆਂ ਮਨੁੱਖਾਂ ਨੇ ਪਾਈਆਂ ਨੇ। ਇਹ ਜਦ ਸਰੀਰ ਹੀ ਨਾਲ ਨਹੀਂ ਜਾਣਾ ਤੇ ਸਰੀਰ ਦੀ ਜਾਤ ਗੁੱਤ ਕਿੱਥੋਂ ਚਲੀ ਜਾਏਗੀ? ਕਹਿ ਫਰੀ ਸਹੇਲਿਓ ਸੋ ਅਲਾਈ ਸੀ, ਹੰਸ ਚਲਸੀ ਡੁਮਣਾ, ਇਹ ਤਨ ਢੇਰੀ ਥੀਸੀ। ਵਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ, ਸਭਨੀ ਛਾਲਾ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਇਹ ਜਾਤਾਂ ਗੋਤਾਂ ਅੱਗੇ ਨਹੀਂ ਜਾਣੀ, ਇਹ ਸਭ ਇੱਥੇ ਹੀ ਭਰਮ ਭੁਲੇਖੇ ਨੇ। ਅੱਗੇ ਕੀ ਜਾਣਾ? ਸਾਢੇ ਤ੍ਰੈ ਮਣ ਦੇ ਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਪੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ ਨੇਕ ਅਮਲ। ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਮੱਕੇ ਗਏ ਨੇ, ਕਾਬੇ ਗਏ ਨੇ, ਮੱਕਾ ਸ਼ਹਿਰ ਹੈ, ਕਾਬਾ ਤੀਰਥ ਹੈ, ਤੇ ਉੱਥੇ ਕਾਜੀ ਹਾਜੀ ਇਕੱਠੇ ਹੋ ਕੇ ਬੜੀਆਂ ਵਿਚਾਰਾਂ ਕਰਦੇ ਨੇ।
एक जगह भाई साहब भाई गुरदास जी लिखते ने, पुछण गल ईमान दी काजी मुल्ला कट्ठे होई, वड्डा सांग वरताया लख न सकै कुदरत कोई। पुछण फूल किताब नू हिंदू वड्डा के मुसलमानोई। सच्चे पातशाह इन्हां दोहां दे च वड्डा कौन है? हिंदू वड्डा है कि मुसलमान वड्डा है? एक कहंदे दोजकां ते जाणगे असीं बिस्तां विच जावांगे, कहंदे नरकां जाणगे असीं स्वर्गां जावांगे। दोहां च वड्डा कौन है? ते मेरे गुरु नानक साहब जी ने जिहड़ा उत्थे जवाब दिता है ना, भाई साहब कहंदे बाबा आखे हाजियां शुभ अमला बाजों दोनों रोई। अमला बाजों दोनों रोई, शुभ अमला बाजों दोनों रोई। अमला बाजों दोनों रोई, शुभ अमला बाजों दोनों रोई। अमला बाजों अमला अमला बाजों दोनों रोई, शुभ अमला बाजों दोनों। बाबा आखे हाजियां, बाबा आखे हाजियां, बाबा आखे हाजियां, बाबा आखे हाजियां। शुभ अमला बाजों दोनों रोई, शुभ अमला बाजों दोनों रोई। अमला बाजों दोनों रोई, शुभ अमला बाजों दोनों रोई। बाजों दोनों रोई, अमला बाजों दोनों, शुभ अमला बाजों दोनों रोई, शुभ अमला बाजों दोनों। बाबा आखे हाजियां शुभ अमला बाजों दोनों रोई। गल तां नेक अमला दी है, जात पात दी नहीं, मजहब दी नहीं। बहादुर शाह बादशाह धन गुरु गोबिंद सिंह महाराज जी ने एक बार बार बेनती करदा, सच्चे पातशाह जिहड़ा शरह विच आ जावे वो दोजकां दी अग विच नहीं पैंदा। दसम पातशाह कहंदे बादशाह अमल वड्डे है, मजहब वड्डा नहीं, अमल वड्डे है। ਉਹਦਾ ਭਰਮ ਤੋੜਨ ਵਾਸਤੇ ਧੰਨ ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਇੱਕ ਗੁਰਸਿੱਖ ਨੂੰ 1 ਰੁਪਇਆ ਜਾਂ ਇੱਕ ਮੋਹਰ ਦਿੱਤੀ, ਜਾਂ ਬਾਜ਼ਾਰ ਵਿੱਚੋਂ ਇਹਦੀ ਵਸਤੂ ਲੈ ਆ। ਤੇ ਜਿਸ ਵੇਲੇ ਉਹ ਗੁਰਸਿੱਖ ਬਾਜ਼ਾਰ ਗਿਆ ਨਾ, ਤੇ ਸਾਰੇ ਬਾਜ਼ਾਰ ਵਿੱਚ ਘੁੰਮ ਕੇ ਤੇ ਵਾਪਸ ਆ ਗਿਆ, वापस आ गया। सच्चे पातशाह इनू कोई नहीं लेंदा। बादशाह कोल बैठा सी, मारे कहंदे भाई मान सिंह क्यों नहीं लिया इस रुपए नू किसी ने? महाराज कहंदे ने खोटा है। बहादुर शाह नू मारे कहंदे देख भाई बाजार विच क्यों नहीं चलिया? बहादुर शाह कहन लगा महाराज ये रुपया खोटा है। दसम पातशाह कहंदे बादशाह बहादुर शाह आया, दस ये तो हिजरी सन लिखिया है, मारे लिखिया है, ये तो बादशाह मोहर लगी है, मारे लगी है। हिजरी सन लिखिया होए, बादशाह मोहर लगी होए, फिर क्यों ना चले? बहादुर शाह बादशाह कहने लगा सच्चे पातशाह चाहे ऊपर हिजरी सन लिखिया है, चाहे ऊपर मोहर लगी है, पर एक खोटा है, खोटा सिक्का नहीं चलता। और नकली नोट चलते हैं? नहीं चलते, भावें उत्ते सब कुछ बनया हुंदा पर नकली। दसम पातशाह कहंदे जिवें बाहर हिजरी सन लिखिया मोहर लग्गिया भी ये नहीं चलता क्योंकि खोटा है, इस तरह मेरा मजहब धारना गल नहीं बनती जेकर अमल ना हो। नेक अमलों तो बगैर दरगाह विच भी टक्के पैंदे है, उत्थे नेक अमल काम आउंदे। फरीदा अमल जे कीते दुनी विच दरगाह आए काम।
ਮੇਰੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਪਿਆਰਿਆ, ਜਾਤ ਪਾਤ ਕਰਕੇ ਕੋਈ ਵੱਡਾ ਨਹੀਂ, ਨੇਕ ਅਮਲ ਹੀ ਵੱਡੇ ਹਨ। ਹਰ ਪ੍ਰਾਣੀ ਨੂੰ ਅਧਿਕਾਰ ਹੈ ਜਾਤ ਪਾਤ ਤੋਂ ਉੱਠ ਕੇ ਪਰਮੇਸ਼ਰ ਦੀ ਬੰਦਗੀ ਕਰੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹਰ ਇੱਕ ਨੂੰ ਅਧਿਕਾਰ ਦਿੱਤਾ ਗਿਆ। ਇੱਕ ਸੰਗਤ ਇੱਕ ਪੰਗਤ 'ਚ ਬਿਠਾਇਆ ਗਿਆ। ਭਾਈ ਧਿੰਗ ਜੀ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਨਾਮ ਦੀ ਦਾਤ ਪ੍ਰਾਪਤ ਕੀਤੀ, ਸਿੱਖੀ ਧਾਰਨ ਕਰ ਲਈ, ਸੇਵਾ ਵਿੱਚ ਲੱਗ ਗਿਆ, ਸਿਮਰਨ ਵਿੱਚ ਲੱਗ ਗਿਆ। ਦਿਨ ਰਾਤ ਸੇਵਾ ਸਿਮਰਨ ਤੇ ਸੇਵਾ ਸਿਮਰਨ ਕਰਕੇ ਗੁਰਸਿੱਖਾਂ ਵਾਲੀ ਅਵਸਥਾ ਪ੍ਰਾਪਤ ਹੋ ਗਈ। ਪਰ ਆਪਣੀ ਕਿਰਤ ਨਹੀਂ ਛੱਡੀ। ਧਿਆਨ ਦੇਣਾ, ਵਿਆਹ ਸ਼ਾਦੀਆਂ ਤੇ ਜਾ ਕੇ ਕੰਮ ਕਰਦੇ ਸਨ। ਕੋਈ ਮਠਿਆਈਆਂ ਬਣਾਉਣੀਆਂ, ਦਾਲਾਂ ਸਬਜ਼ੀਆਂ ਆਦਿ ਬਣਾਉਣੀਆਂ, ਜੋ ਮਿਲਣਾ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ। ਤੇ ਇੱਕ ਨੰਬਰਦਾਰ ਦੇ ਘਰ ਵਿਆਹ ਸੀ, ਪਰ ਭਾਈ ਧਿੰਗ ਜੀ ਗੁਰੂ ਸਾਹਿਬ 'ਚ ਐਸੇ ਲੱਗੇ ਜਿਵੇਂ ਸੈਨ ਜੀ ਰੱਬ ਦੇ ਪਿਆਰੇ ਸੇਵਾ ਵਿੱਚ ਸਭ ਕੁਝ ਭੁੱਲ ਗਏ ਤੇ ਆਪ ਪਰਮੇਸ਼ਰ ਨੇ ਕਲਾ ਵਰਤਾਈ ਸੀ। ਇਸੇ ਤਰ੍ਹਾਂ ਧਿੰਗ ਜੀ ਦੇ ਕਾਜ ਗੁਰੂ ਪਰਮੇਸ਼ਰ ਨੇ ਆਪ ਕੀਤੇ ਨੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਗੁਰਸਿੱਖਾਂ ਵਿੱਚ ਪਹਿਲੀ ਕਤਾਰ ਦੇ ਜਿਹੜੇ ਗੁਰਸਿੱਖ ਨੇ ਨਾ, ਉਹਨਾਂ 'ਚ ਭਾਈ ਧਿੰਗ ਦਾ ਨਾਮ ਆਉਂਦਾ। ਭਾਈ ਧਿੰਗ ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ ਨਹੀਂ ਗਿਆ, ਕੋਈ ਜਲ ਧਾਰੇ ਨਹੀਂ ਕੀਤੇ, ਕੋਈ ਧੂਣੀਆਂ ਨਹੀਂ ਤਾਈਆਂ, ਸਮਰੱਥ ਗੁਰੂ ਦਾ ਉਪਦੇਸ਼ ਸੁਣਿਆ ਤੇ ਆਪਣੀ ਕਿਰਤ ਕਰਦਿਆਂ ਹੋਇਆਂ ਗੁਰੂ ਤੋਂ ਬਖਸ਼ਾਂ ਪ੍ਰਾਪਤ ਕੀਤੀਆਂ ਨੇ। ਮੇਰੇ ਸਤਿਗੁਰੂ ਕਹਿੰਦੇ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਸਤਿਗੁਰ ਕੈ ਉਪਦੇਸ਼, 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 ਸਤਿਗੁਰ ਕੈ ਉਪਦੇਸ਼। ਨਾਨਕ ਘਰ ਬੈਠਿਆਂ ਜੋਗ ਪਾਈਐ, ਨਾਨਕ ਘਰ ਬੈਠਿਆਂ ਜੋਗ ਪਾਈਐ, ਨਾਨਕ ਘਰ ਬੈਠਿਆਂ ਜੋਗ ਪਾਈਐ, ਨਾਨਕ ਘਰ ਬੈਠਿਆਂ ਜੋਗ ਪਾਈਐ। ਸਤਿਗੁਰ ਕੈ ਉਪਦੇਸ਼, 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 ਸਤਿਗੁਰ ਕੈ ਉਪਦੇਸ਼। ਆਓ ਸਾਧ ਸੰਗਤ ਜੀ, ਹੁਣ ਸਮਾਂ ਹੋ ਰਿਹਾ ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਅਨੇਕ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਆਪ ਜੀਆਂ ਨੇ ਖਿਮਾ ਕਰਨਾ। ਸਾਰੀ ਸੰਗਤ ਨੂੰ ਬੇਨਤੀ ਹੈ, ਆਪ ਜੀ ਆਪ ਅਤੇ ਹੋਰ ਸੰਗਤ ਨੂੰ ਨਾਲ ਲੈ ਕੇ ਆਇਆ ਕਰੋ, ਤਾਂ ਕਿ ਕਲਯੁਗ ਦਾ ਭਿਆਨਕ ਸਮਾਂ ਹੈ। ਸਮਰੱਥ ਗੁਰੂ ਦੀ ਸ਼ਰਨ ਵਿੱਚ ਹੀ ਸਾਧ ਸੰਗਤ ਜੀ ਸਵਾਸ ਵੱਧ ਤੋਂ ਵੱਧ ਲੇਖੇ ਲੱਗਣ, ਇੱਥੋਂ ਸੋਝੀ ਆਉਂਦੀ ਹੈ। ਫਿਰ ਕਾਰ ਵਿਹਾਰ ਕਰਦਿਆਂ ਵੀ ਮਨ ਜੁੜਿਆ ਰਹਿੰਦਾ ਹੈ। ਆਪ ਜੀ ਸੰਸਾਰ ਧੰਦਿਆਂ ਦਾ ਤਿਆਗ ਕਰਕੇ ਦੂਰੋਂ ਦੂਰੋਂ ਚੱਲ ਕੇ ਆਏ ਹੋ। ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ। ਆਓ ਸਾਰੇ ਆਨੰਦ ਸਾਹਿਬ ਸਰਵਣ ਕਰੋ। ਬਾਕੀ ਬੇਨਤੀਆਂ ਅਰਦਾਸ ਤੋਂ ਬਾਅਦ ਹੋਣਗੀਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।